ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੁਣ ਆਪਾਂ ਗੱਲਬਾਤ ਕਰਨ ਦੇ ਲਈ ਚੱਲਦੇ ਹਾਂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ, ਜਿੱਥੋਂ ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਮੇਰੇ ਨਾਲ ਜੁੜ ਗਏ ਨੇ। ਤੇ ਭੱਟੀ ਸਾਹਿਬ ਗੁਰਫਤਿਹ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਦਿਓ, ਕਹਿੰਦੇ ਬੱਸਾਂ ਰਵਾਨਾ ਹੋ ਗਈਆਂ ਨੇ ਹਜ਼ੂਰ ਸਾਹਿਬ ਦੇ ਵਿੱਚ ਫਸੀ ਸੰਗਤ ਦੇ, ਉੱਥੋਂ ਹੋਈਆਂ ਜਾਂ ਇੰਦੌਰ ਤੋਂ ਹੋਈਆਂ ਨੇ? ਕੀ ਸਥਿਤੀ ਹੈ? ਜਿਹੜੀ ਬੱਸਾਂ ਦੀ ਗੱਲ ਤੁਸੀਂ ਕੀਤੀ ਹੈ ਜੀ, ਇਹ ਹਜ਼ੂਰ ਸਾਹਿਬ ਤੋਂ ਹੋਈਆਂ ਬੱਸਾਂ। ਅੱਜ 32 ਬੱਸਾਂ ਹੋਣ ਦੀ ਗੱਲ ਸੀ, ਲੇਕਿਨ ਮੇਰੇ ਖਿਆਲ 'ਚ 10 ਬੱਸਾਂ ਹਾਲ ਦੀ ਘੜੀ ਰਵਾਨਗੀ ਹੋਈਆਂ, ਬਾਕੀ ਜਿਹੜੀਆਂ ਉਹ ਸਹੀ ਨਾਲ ਹੁੰਦੇ ਰਹਿਣਗੀਆਂ ਜੀ। ਉਹ ਬੱਸਾਂ ਤੋਂ ਵੋਲਵੋ ਬੱਸਾਂ ਕੀਤੀਆਂ ਗਈਆਂ ਨੇ, ਕਿਉਂਕਿ ਜੇ ਇੱਥੋਂ ਪੰਜਾਬ ਤੋਂ ਭੇਜਦੇ ਤੇ ਕਈ ਰੁਕਾਵਟਾਂ ਆਉਂਦੀਆਂ, ਹੁਣ ਉੱਥੋਂ ਬੱਸਾਂ ਲੈ ਕੇ ਆਉਣਗੀਆਂ, ਮੁੜ ਕੇ ਵਾਪਸ 2 ਦਿਨ ਡੇਢ ਦਿਨ ਚਲੇ ਜਾਣਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ। ਉਹਦਾ ਖਰਚਾ ਸਾਰਾ ਜਿਹੜਾ ਵਾ ਉਹ ਪੰਜਾਬ ਸਰਕਾਰ ਨੇ ਕਰਨਾ ਵਾ। ਤੇ ਉੱਥੇ 4032 ਸ਼ਰਧਾਲੂ ਨੇ ਜੀ। ਉਹਨਾਂ ਦੇ ਵਿੱਚ ਕੋਈ ਰਸਤੇ ਵਾਲੇ ਵੀ ਹੋਣਗੇ, ਹਰਿਆਣੇ ਵਾਲੇ ਵੀ ਕੋਈ ਹੋਣਗੇ, 2-4 ਇਹਦੀ ਗੱਲ ਨਹੀਂ ਹੋਣਗੇ, ਉਹ ਵੀ ਹੋਣਗੇ। ਲੇਕਿਨ ਜਿਹੜੇ 4032 ਸ਼ਰਧਾਲੂਆਂ ਦੀ ਗਿਣਤੀ ਆ, ਉਹ ਉੱਥੋਂ ਦੀ ਜਿਹੜੀ ਮਹਾਰਾਸ਼ਟਰ ਸਰਕਾਰ ਉਹਨੇ ਗਿਣਤੀ ਕੀਤੀ ਵੀ ਇੰਨੇ ਸ਼ਰਧਾਲੂ ਹੈਗੇ ਜੀ। ਉਹਨਾਂ ਵਾਸਤੇ ਘੱਟੋ ਘੱਟ ਮੈਂ ਸੋਚਦਾ ਵੀ ਜੇ ਇੱਕ ਨਸ ਲੈਂਦੇ ਆ ਬੱਸ ਦੇ ਵਿੱਚ 40 ਸਵਾਰੀਆਂ ਬਹਿਣ ਤੇ ਘੱਟੋ ਘੱਟ ਮੇਰੇ ਖਿਆਲ ਕੋਈ ਉਹਨਾਂ ਨੂੰ 100 ਬੱਸ ਚਾਹੀਦੀ ਹੈ। ਹੁਣ ਇਕੱਠੀਆਂ ਰਵਾਨਾ ਕਰਨੀਆਂ ਨਹੀਂ ਸਹੀ ਕਿਉਂ ਟੈਸਟਿੰਗ ਨਾਲ ਹੋਣੀ ਹੈ। ਜਿਹੜੇ ਬੰਦੇ ਉੱਥੋਂ ਚੱਲਣੇ ਉਹਨਾਂ ਦੀ ਬਕਾਇਦਾ ਤੌਰ ਤੇ ਪਹਿਲਾਂ ਕਰੋਨਾ ਦੀ ਟੈਸਟਿੰਗ ਹੋਣੀ ਹੈ। ਹਾਂਜੀ। ਕਰੋਨਾ ਦੀ ਟੈਸਟਿੰਗ ਤੋਂ ਬਾਅਦ ਉਹਨਾਂ ਨੂੰ ਬੱਸ 'ਚ ਬਿਠਾਇਆ ਜਾਣਾ ਵੀ ਬੰਦਾ ਠੀਕ ਠਾਕ ਹੈਗਾ ਜੀ। ਜਿਹਦੀ ਕੋਈ ਪ੍ਰੋਬਲਮ ਹੋਈ ਉਹਦਾ ਕੋਈ ਹੋਰ ਹੱਲ ਕਰਨਗੇ ਜਾਂ ਉੱਥੇ ਐਡਮਿਟ ਕਰਨਗੇ। ਲੇਕਿਨ ਹਾਲ ਦੀ ਘੜੀ ਜਿਹੜੇ ਬੰਦੇ ਆ ਰਹੇ ਜਿਹੜੇ ਠੀਕ ਨੇ ਉਹ ਆਉਣਗੇ ਜੀ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਜੀ, ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀ। ਸਿਆਸਤ ਬਹੁਤ ਕੀਤੀ ਜਾ ਰਹੀ ਹੈ। ਫਿਰ ਉਹ ਤੋਂ ਬਿਨਾਂ ਤਾਂ ਕਿਵੇਂ ਕਰੋਗੇ ਜੀ ਤੁਸੀਂ? ਇਲਾਜ ਹੀ ਨਹੀਂ। ਮੈਂ ਤੁਹਾਡੀ ਗੱਲ ਮੰਨਦਾ ਜੀ, ਕਿਵੇਂ ਕਰੋਗੇ? ਜਿਹੜੇ ਲੀਡਰ ਇਹ ਗੱਲ ਕਹਿੰਦੇ ਵੀ ਸੀ ਫਲਾਣਾ ਕੰਮ ਕੀਤਾ ਜੀ, ਫਲਾਣੇ ਨੇ ਕਿਹਾ ਤੁਹਾਡੀ ਇੱਕ ਨੈਤਿਕ ਡਿਊਟੀ ਹੈ, ਤੁਹਾਨੂੰ ਚੁਣ ਕੇ ਲੋਕਾਂ ਨੇ ਭੇਜਿਆ ਵਾ। ਹਾਂਜੀ। ਤੁਸੀਂ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ, ਭਾਵੇਂ ਬੀਬੀ ਹਰਸਿਮਰਤ ਕੌਰ ਬਾਦਲ, ਭਾਵੇਂ ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ ਜੀ ਜੀ। ਇਹ ਵੱਧ ਜਤਾਉਣ ਲੋਕਾਂ ਸਿਰ ਸਹਾਨ ਨਾ ਕਰਨ ਵੀ ਉਹਨਾਂ ਪ੍ਰਧਾਨ ਮੰਤਰੀ ਨਾਲ ਕੀਤੀ ਗੱਲ, ਕਿ ਗ੍ਰਹਿ ਮੰਤਰੀ ਨੇ ਗੱਲ ਕੀਤੀ, ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਹੈ ਜੀ। ਪਰਸੋਂ ਤੱਕ ਬੀਬੀ ਹਰਸਿਮਰਤ ਕੌਰ ਬਾਦਲ ਨੇ ਬੜਾ ਇਹਦਾ ਨਾਮ ਨਾ ਖੱਟਿਆ ਜੀ। ਮੈਂ ਵੇਖੋ ਜੀ, ਮੈਂ ਸਪੈਸ਼ਲ ਆਈ ਆ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਪੁੱਜ ਕੇ ਆ ਕੇ ਮੈਂ ਆ ਕੇ ਹੋਮ ਮਿਨਿਸਟਰ ਨੂੰ ਮਿਲੀ। ਹੋਮ ਮਿਨਿਸਟਰ ਨੂੰ ਮੈਂ ਕਿਹਾ ਵੀ ਵੇਖੋ ਜੀ ਤੁਸੀਂ ਗੱਲ ਕਰੋ ਜੀ। ਜਦੋਂ ਇੱਕ ਚੈਨਲ ਨੇ ਕਿਹਾ ਜੀ ਤੁਹਾਡੇ ਕੋਲ ਕੋਈ ਚਿੱਠੀ ਹੈਗੀ ਇਹਦੀ, ਕੋਈ ਚਿੱਠੀ ਨਹੀਂ ਕਿਸੇ ਕੋਲ ਜੀ। ਕੈਪਟਨ ਅਮਰਿੰਦਰ ਨੇ ਬੀਬੀ ਹਰਸਿਮਰਤ ਕੌਰ ਦੀ ਸਭ ਤੋਂ ਪਹਿਲਾਂ ਮੈਂ ਚਿੱਠੀ ਲਿਖੀ ਹੈ 12 ਅਪ੍ਰੈਲ ਨੂੰ। ਲੇਕਿਨ ਜਦੋਂ ਰਿਕਾਰਡ ਘੋਖਿਆ ਗਿਆ 25 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਜੀ। ਪਹਿਲਾਂ ਉਸ ਤੋਂ ਪਹਿਲਾਂ ਉਧਮ ਠਾਕਰੇ ਨਾਲ ਗੱਲ ਕੀਤੀ ਤੇ ਉਧਮ ਠਾਕਰੇ ਨੇ ਇੰਨੀ ਗੱਲ ਕਹੀ ਵੀ ਕੈਪਟਨ ਸਾਹਿਬ ਜੇ ਪੰਜਾਬ ਦੀ ਹੱਦ ਮਹਾਰਾਸ਼ਟਰ ਨਾਲ ਮਿਲਦੀ ਹੁੰਦੀ ਤੇ ਸਾਨੂੰ ਕੋਈ ਦਿੱਕਤ ਨਹੀਂ ਸੀ ਆਉਣੀ ਜੀ। ਹੁਣ ਇਹਦੇ ਵਿੱਚ 2-3 ਸਟੇਟਾਂ ਰਸਤੇ 'ਚ ਹੋਰ ਪੈਣੀਆਂ ਨੇ। ਇਸ ਕਰਕੇ ਤੁਸੀਂ ਕੇਂਦਰ ਨਾਲ ਗੱਲ ਕਰੋ, ਕੇਂਦਰ ਜਿਹੜੀ ਉਹ ਪ੍ਰਬੰਧ ਕਰੇ, ਅਸੀਂ ਤਿਆਰ ਆ ਜੀ। ਸਾਡੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਉਹਨਾਂ ਨੇ 25 ਮਾਰਚ ਨੂੰ ਚਿੱਠੀ ਲਿਖੀ। ਬੀਬੀ ਹਰਸਿਮਰਤ ਕੌਰ ਨੇ 19 ਤਰੀਕ 20 ਤਰੀਕ ਨੂੰ ਕਹਿ ਦਿੱਤਾ ਸੀ ਇੰਨੀ ਗੱਲ ਵੀ ਹੁਣ ਵੇਖੋ ਜੀ ਮੈਂ ਗੱਲ ਕਰਦੀ ਆ ਉੱਥੇ ਜੀ। ਉਹਨਾਂ ਨੇ ਉੱਥੇ ਦੇ ਮੁੱਖ ਮੰਤਰੀ ਨੂੰ ਕਹਿ ਦਿੱਤਾ, ਉੱਥੋਂ ਦੇ ਰਾਜਪਾਲ ਨੂੰ ਕਹਿ ਦਿੱਤਾ, ਚੀਫ ਸੈਕਟਰੀ ਨੂੰ ਕਹਿ ਦਿੱਤਾ ਜੀ ਮੇਰੀ ਵੀ ਗੱਲ ਹੋ ਗਈ ਹੈ। ਮੈਂ ਨਾ ਇਸ ਕ੍ਰੈਡਿਟ ਮਾਰਕ ਪੈਂਦੇ ਕਿਉਂ ਜੀ ਤੁਸੀਂ ਜੀ? ਤੁਸੀਂ ਨੁਮਾਇੰਦੇ ਹੋ ਪੰਜਾਬ ਦੇ, ਤੁਸੀਂ ਕਹੋ ਜੀ ਤੁਸੀਂ ਦੱਸੋ ਨੇ ਕੀਤਾ ਸੀ, ਤੇਰੀ ਨੈਤਿਕ ਡਿਊਟੀ ਵੈਸੇ ਬਣਦੀ ਕਰਨ ਦੀ। ਬਿਲਕੁਲ ਕਰੋ। ਹਾਂਜੀ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਜਿਹੜਾ ਸੀ ਗੱਲ ਕੀਤੀ ਹੋਮ ਮਿਨਿਸਟਰ ਨਾਲ। ਹੋਮ ਮਿਨਿਸਟਰ ਨੇ ਫਿਰ ਜਿਹੜਾ ਛੁੱਟੀ ਉਹਨਾਂ ਨੂੰ ਪੱਤਰ ਲਿਖਿਆ ਮੈਨੂੰ ਨਹੀਂ ਪਤਾ ਇਸ ਗੱਲ ਦਾ, ਲੇਕਿਨ ਉਹਨਾਂ ਨੇ ਹੁਣ ਮਨਜ਼ੂਰੀ ਦੇ ਦਿੱਤੀ ਆ ਜੀ। ਉਹ ਜਿਹੜੇ ਬੰਦੇ ਉੱਥੇ ਹਜ਼ੂਰ ਸਾਹਿਬ ਬੈਠੇ ਉਹਨਾਂ ਨੂੰ ਰਵਾਨਾ ਕਰਨ ਵਾਸਤੇ ਉਹਨਾਂ ਨੇ ਵੋਲਵੋ ਬੱਸਾਂ ਕੀਤੀਆਂ। ਉੱਥੇ ਬੱਸਾਂ ਮਾੜੀ ਨਹੀਂ ਕੀਤੀਆਂ, ਚੰਗੀਆਂ ਬੱਸਾਂ ਕੀਤੀਆਂ ਨੇ ਵੀ ਥੱਕਣ ਨਾ ਚਲੋ। ਤੁਹਾਨੂੰ ਪਤਾ ਸੜਕਾਂ ਖਾਲੀ ਆ ਤੇ ਗੱਡੀਆਂ ਉੱਡਦੀਆਂ ਹੋਣੀਆਂ ਨੇ, ਉਹਨਾਂ ਨੂੰ ਕਿਤੇ ਦਿੱਕਤ ਨਹੀਂ ਹੋਣੀ, ਕਿਤੇ ਟ੍ਰੈਫਿਕ ਜਾਮ ਨਹੀਂ ਮਿਲਣੀ, ਕਿਤੇ ਟੋਲ ਪਲਾਜ਼ਾ ਨਹੀਂ ਮਿਲਣਾ, ਉਹਨਾਂ ਭੱਜੇ ਹੋਣਾ ਵਾ। ਜਿਹੜਾ ਕੰਮ ਉਹਨਾਂ ਦਾ ਜਿਹੜਾ ਮੇਰੇ ਖਿਆਲ 2 ਦਿਨਾਂ 'ਚ ਹੋਣਾ ਉਹ 1.5 ਦਿਨ 'ਚ ਹੋ ਜਾਏਗਾ। ਫਰਕ ਕਿੰਨਾ ਪੈ ਜਾਏਗਾ ਜੀ।
ਇਸੇ ਕਰਕੇ ਸਾਡੀ ਇੱਕ ਬੇਨਤੀ ਹੱਥ ਜੋੜ ਕੇ ਇਹਨਾਂ ਲੀਡਰਾਂ ਨੂੰ ਵੀ ਭਾਈ ਸਾਹਿਬ ਤੇ ਸਿਆਸਤ ਨਾ ਕਰੋ ਜੀ। ਇਹ ਤੁਹਾਡੀ ਨੈਤਿਕ ਡਿਊਟੀ ਹੈ। ਸਿਆਸਤ ਕਰਕੇ ਤੁਸੀਂ ਆਪਣਾ ਛੋਟਾਪਣ ਸ਼ੋਅ ਕਰਦੇ ਹੋ ਜੀ। ਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਜਿਹੜੀ ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਸਰ ਜਾਣਕਾਰੀ ਦੇ ਕੁਝ ਬੰਦੇ ਮੂੰਹ ਪਾੜ ਕੇ ਕਹਿਣਗੇ ਬੀਬਾ ਹਰਸਿਮਰਤ ਨੇ ਆਹ ਕਰਤਾ, ਬੀਬਾ ਹਰਸਿਮਰਤ ਨੇ ਕਰਤਾ। ਉਹ ਸ਼ਰਮ ਹੋਣੀ ਚਾਹੀਦੀ ਮੇਰੇ ਗੱਲ ਕਹਿਣ ਲੱਗਿਆ ਜੀ। ਬੀਬਾ ਹਰਸਿਮਰਤ ਲੋਕਾਂ ਦੀ ਲੀਡਰ ਆ, ਉਹਨਾਂ ਦਾ ਫਰਜ਼ ਹੈ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਬੰਦਾ ਬੈਠਾ ਸੀ, ਉਹ ਕਹਿੰਦਾ ਜੀ ਉਹਨਾਂ ਨੇ ਆਹ ਕਰਤਾ, ਜੇ ਕਰਤਾ। ਮੈਂ ਵੀ ਉਦੋਂ ਗੁੱਸਾ ਚੜ੍ਹ ਵੀ ਮੇਰੇ ਸਾਹਮਣੇ ਬੈਠਾ ਚਪੇੜ ਮਾਰ ਟਕਾ ਕੇ ਤੇ ਮੈਂ ਇੱਥੇ ਸਿਆਸਤ ਨਾ ਕਰੋ। ਇਹ ਗੁਰੂ ਦਾ ਵੀ ਕੰਮ ਆ, ਕੌਮ ਦਾ ਵੀ ਕੰਮ ਆ, ਦੇਸ਼ ਦਾ ਵੀ ਕੰਮ ਆ, ਤੇ ਇਸ ਕਰਕੇ ਤੁਹਾਡੀ ਨੈਤਿਕ ਡਿਊਟੀ ਆ ਤੇ ਨਾ ਸਿਆਸਤ ਕਰੋ। ਤੇ ਹੁਣ 4032 ਜਿਹੜੇ ਬੰਦੇ ਉੱਥੋਂ ਕਦੋਂ ਪਹੁੰਚਦੇ ਆ, ਲੇਕਿਨ ਉਹਨਾਂ ਦੀ ਉੱਥੇ ਚੈਕਿੰਗ ਹੋਊਗੀ, ਮੁੜ ਕੇ ਇੱਥੇ ਆ ਕੇ ਵੀ ਚੈਕਿੰਗ ਹੋਊਗੀ ਬਕਾਇਦਾ ਤੌਰ ਤੇ, ਬੱਸ ਉੱਤੇ ਸਾਰੀ ਕਿ ਦੱਸੋ ਜੀ ਕਿਹੜਾ ਠੀਕ ਤੇ ਕਿਹੜਾ ਬਿਮਾਰ ਆ। ਫਿਰ ਵੀ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਊਗਾ, 14 ਦਿਨ ਕੁਆਰੰਟਾਈਨ ਚ ਰਹਿਣਗੇ ਆਪੋ ਆਪਣੇ ਵੱਖਰੀ ਜਗ੍ਹਾ ਦੀ ਜੀ। ਪਰ ਗੱਲ ਦੇਖੋ, ਮੈਂ ਹੈਰਾਨ ਆ ਜੀ। ਹੁਣ ਜੇ ਕੋਈ ਗੱਲ ਪਾ ਦੇ ਵੀ ਤੜਫੇ ਜੇ ਫਿਰਦੇ ਆ ਇਹਨਾਂ ਨੂੰ, ਭਾਵੇਂ ਉਹ ਕਾਂਗਰਸੀ ਨੇ ਭਾਵੇਂ ਅਕਾਲੀ ਹੈ, ਇਹ ਦੋ ਹੀ ਵਾਲੇ ਤੜਫੇ ਪਏ ਆ ਕ੍ਰੈਡਿਟ ਲੈਣ ਨੂੰ। ਤੇ ਦੂਜਾ ਜਿਹੜਾ ਇਹਨਾਂ ਦਾ ਆਈਟੀ ਮਹਿੰਗਾ, ਉਹ ਤਾਂ ਜਮਾ ਹੀ ਬਸ ਮੈਂ ਕਹਿੰਦਾ ਵੀ ਨਹੀਂ ਲੈਣਾ ਚਾਹੀਦਾ। ਇਹ ਕ੍ਰੈਡਿਟ ਦੀ ਗੱਲ ਨਹੀਂ ਕਰਨੀ ਚਾਹੀਦੀ। ਕਿੰਨਾ ਚੰਗਾ ਹੁੰਦਾ ਜੇ ਬੀਬੀ ਹਰਸਿਮਰਤ ਕੌਰ ਬਾਦਲ ਕੈਪਟਨ ਸਾਹਿਬ ਨੂੰ ਫੋਨ ਕਰਦੀ ਵੀ ਆਓ ਜੀ ਚਾਚਾ ਜੀ ਆ ਜਾਓ, ਮੈਂ ਇੱਥੇ ਮੇਰੀ ਤੁਸੀਂ ਅੱਜ ਭੋਗ ਮਿਨਿਸਟਰ ਨੂੰ ਮਿਲੀਏ। ਕਿੰਨਾ ਹੁੰਦਾ ਜਿਹੜਾ ਅਸੀਂ ਆਪਣਾ ਭਗਵੰਤ ਮਾਨ, ਉਹ ਵੀ ਕੈਪਟਨ ਸਾਹਿਬ ਨੂੰ ਕਹਿੰਦਾ ਉਹ ਇਕੱਠੇ ਹੋ ਚਲੀਏ ਆਪਾਂ ਜੀ। ਜਿਹੜਾ ਕੰਮ ਤੁਹਾਡਾ ਅੱਜ 15 ਦਿਨ ਚ ਹੋਇਆ, ਉਹ 5 ਮਿੰਟਾਂ ਚ ਹੋ ਜਾਣਾ ਸੀ। ਅੱਜ ਤੁਸੀਂ ਉਹਨਾਂ ਲੋਕਾਂ ਨੂੰ ਵੀ ਖਰਾਬ ਕੀਤਾ, ਆਪ ਵੀ ਖਰਾਬ ਹੋਏ, ਤੇ ਮੂੰਹ ਪਾੜ ਕੇ ਤੁਸੀਂ ਟੀਵੀ ਤੇ ਕਹਿਣ ਦਿਓ ਜੀ ਅਸੀਂ ਕੀਤਾ, ਅਸੀਂ ਕੀਤਾ, ਅਸੀਂ ਕੀਤਾ। ਚਲੋ ਤੁਸੀਂ ਕੀਤਾ ਸੀ, ਲੈ ਲਓ ਕ੍ਰੈਡਿਟ। ਕ੍ਰੈਡਿਟ ਪੰਜਾਬ ਦੇ ਲੋਕਾਂ ਨੇ ਦੇਣਾ, ਉਹ ਕਿਹਨੂੰ ਦੇਣਾ ਇਹ ਨਹੀਂ ਪਤਾ। ਇਹ ਤੇ ਗੁਰੂ ਦਾ ਕੰਮ ਸੀ, ਗੁਰੂ ਨੇ ਕਰਾਇਆ, ਉੱਥੋਂ ਮੈਨੇਜ ਸੰਭਾਲਿਆ ਇੰਨਾ ਚਿਰ। ਘਰ ਦੇ ਵਿੱਚ 2 ਦਿਨ ਪ੍ਰਾਹੁਣਾ ਆ ਜੇ ਨਾ ਤੇ ਤੀਜੇ ਦਿਨ ਘਰ ਦੇ ਔਖੇ ਹੋ ਜਾਂਦੇ ਆ, ਯਾਰ ਇਹ ਜਾਂਦਾ ਜਾਊਗਾ ਕਿ ਨਹੀਂ ਜਾਊਗਾ, ਕਦੋਂ ਜਾਊਗਾ ਜੀ। ਉਹ ਬਾਬੇ ਬਲਵਿੰਦਰ ਸਿੰਘ ਹੋਰਾਂ ਦਾ ਜਿਹੜਾ ਸੀ ਉੱਥੇ ਬੜਾ ਤਕੜਾ ਜੁਗਾੜ, ਉੱਥੋਂ ਦੀ ਕਮੇਟੀ ਦਾ ਜੁਗਾੜ ਉਹਦਾ ਸੰਭਾਲਿਆ। ਉਹਨਾਂ ਨੇ ਇਹਨੂੰ ਮੈਡੀਕਲ ਸਹੂਲਤ ਵੀ ਦਿੱਤੀ, ਇਹਨੂੰ ਕਮਰੇ ਵੀ ਦਿੱਤੇ, ਰਹਿਣ ਵਾਸਤੇ ਜਗ੍ਹਾ ਵੀ ਦਿੱਤੀ, ਸਭ ਕੁਝ ਦਿੱਤਾ, ਪ੍ਰਸ਼ਾਦੇ ਵੀ ਦਿੱਤੇ। ਹਾਂਜੀ। ਇਹ ਗੁਰੂ ਘਰ ਹੀ ਕਰ ਸਕਦਾ ਜੀ, ਉਹੋ ਜਿਹੇ ਬੰਦੇ ਹੀ ਕਰ ਸਕਦੇ। ਸਗੋਂ ਤੁਸੀਂ ਸਾਨੂੰ ਇਹ ਫਰਜ਼ ਬਣਦਾ ਸੀ ਵੀ ਨਹੀਂ ਬਈ ਜੇ ਕਿਤੇ ਦਿੱਕਤ ਸਾਨੂੰ ਦੱਸੋ, ਤੁਹਾਡੀ ਮਦਦ ਕਰਨ ਲਈ ਤਿਆਰ ਆ। ਉਹ ਤੇ ਕਿਹਾ ਨਹੀਂ। ਜੇ ਬੀਬੀ ਹਰਸਿਮਰਤ ਕੌਰ ਇੰਨਾ ਹੀ ਆਪਣਾ ਹੇਜ ਜਗਾਉਂਦੀ ਤੇ ਆਪਣੀਆਂ ਔਰਤਾਂ ਨੂੰ ਬੱਸਾਂ ਭੇਜਦੀ ਜੀ, ਉਹ ਤਾਂ ਸਾਡੀਆਂ ਵਧੀਆ ਖਲੋਤੀਆਂ ਭੇਜਦੇ। ਉਹ ਤਾਂ ਕਹਿੰਦੇ ਸਾਡੇ ਵਰਕਰ ਤਿਆਰ ਕਰੀ ਬੈਠੇ ਆ ਬੱਸਾਂ। ਚਲੋ ਜੋ ਵੀ ਹੈ ਕਹੀ ਜਾਵੇ ਜੀ, ਲੇਕਿਨ ਆਪਾਂ ਤੁਹਾਨੂੰ ਸੱਚਾਈ ਦੱਸਦੀ ਵੀ ਉੱਥੋਂ ਵੋਲੋ ਬੱਸਾਂ ਕੀਤੀਆਂ, ਪੰਜਾਬ ਸਰਕਾਰ ਦਾ ਖਰਚ ਕਰੇਗੀ। ਉੱਥੋਂ ਦੀ ਸਰਕਾਰ ਨੇ ਪੂਰਾ ਕੋਆਪਰੇਟ ਕੀਤਾ। ਉੱਥੋਂ ਦਾ ਨੰਦੇੜ ਦਾ ਜਿਹੜਾ ਕਲੈਕਟਰ ਨੂੰ ਆਪਾਂ ਡੀਸੀ ਕਹਿੰਦੇ, ਉਹ ਕਲੈਕਟਰ ਕਹਿੰਦੇ, ਉਹਨੇ ਪੂਰਾ ਕੋਆਪਰੇਟ ਕੀਤਾ। ਉਹ ਕਾਫੀ ਮਿਹਨਤ ਕੀਤੀ ਇਸ ਕਲੈਕਟਰ ਨੇ ਵੀ, ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਕਾਫੀ ਮਿਹਨਤ ਕੀਤੀ ਆ, ਤੇ ਫਿਰ ਕਿਤੇ ਉਹਨਾਂ ਦੀ ਵਾਪਸੀ ਯਕੀਨੀ ਹੋ ਚੁੱਕੀ ਆ। ਤੇ ਜੇ ਕਿਤੇ ਸ਼ਾਇਦ ਉੱਥੇ ਕੋਈ ਹੋਰ ਪਹੁੰਚ ਸਰਕਾਰ ਹੁੰਦੀ ਤੇ ਸ਼ਾਇਦ ਇਹ ਵਾਪਸੀ ਅਜੇ ਸੰਭਵ ਨਾ ਹੁੰਦੀ ਜੀ। ਤੇ ਦੂਜੇ ਪਾਸੇ ਜੀ ਇੱਕ ਆਪਣਾ ਉਹ ਤੁਗਲਕੀ ਆਪਣੇ ਜਿਹੜਾ ਸੀਗਾ ਯੁੱਧ ਕਰਦਾ ਸੀਗਾ ਆਪਣੇ ਦੇ ਨਾਲ, ਹਾਂ ਤੁਰਕੀ ਨਾਲ, ਉਹ ਵੀਡੀਓ ਕਾਫੀ ਆਡੀਓ ਇੱਧਰ ਉੱਧਰ ਫਿਰਦੀ ਆ। ਉਹ ਸੱਜਣ ਕੋਈ ਆਪਣੇ ਆਪ ਹੀ ਲੈ ਗਿਆ ਵੀ ਮੈਂ ਇਹ ਮੇਰੇ ਬਾਰੇ ਗੱਲ ਕੀਤੀ ਹੈ। ਉਹ ਵੀ ਜੇ ਕ੍ਰੈਡਿਟ ਲੈ ਦੇ ਸਾਨੂੰ ਕੋਈ ਇਤਰਾਜ਼ ਨਹੀਂ ਜੀ। ਅੱਛਾ, ਵੀ ਕ੍ਰੈਡਿਟ ਲੈ ਜੇ ਵੀ ਮੈਂ ਹੀ ਆ ਇਹ ਹੈ ਲੈ ਜੀ, ਸਾਨੂੰ ਕੋਈ ਇਤਰਾਜ਼ ਲੈ ਲਿਓ ਵੀ ਉਹ ਆਪਣੇ ਆਪ। ਅਸੀਂ ਕਿਸੇ ਦਾ ਜ਼ਿਕਰ ਨਹੀਂ ਕੀਤਾ, ਨਾ ਅਸੀਂ ਕਰਨਾ ਸੀਗਾ। ਠੀਕ, ਅਸੀਂ ਤੇ ਗੱਲ ਕਹੀ ਵੀ ਜੇ ਇਹੋ ਜਿਹੇ ਬੰਦਿਆਂ ਨੂੰ ਮਾਫੀ ਹੋ ਸਕਦੀ ਆ ਤੇ ਮੈਂ ਸੁੱਚਾ ਸਿੰਘ ਲਗਾ ਦੂੰ ਕਿਉਂ ਨਹੀਂ। ਹਾਂਜੀ, ਉਹਨੇ ਵੀ ਕਹਦੇ ਸਾਡਾ ਬੰਦਾ ਇੰਨਾ ਸੀ, ਤੁਹਾਨੂੰ ਕੁਛ ਮੁੱਦਾ ਨਹੀਂ ਸੀਗਾ। ਲੇਕਿਨ ਇਹ ਗੱਲ ਕਹਿਣੀ ਪਊਗੀ। ਉਸ ਵਿਅਕਤੀ ਨੇ 2013-14 ਜਦੋਂ ਕਹਾਣੀ ਵਾਪਰੀ, ਉਹਨੇ ਆਪ ਆ ਕੇ ਅਕਾਲ ਤਖਤ ਤੇ ਦਰਖਾਸਤ ਦੇ ਕੇ 5 ਪਿਆਰਿਆਂ ਦੇ ਪੇਸ਼ ਹੋ ਕੇ ਤਨਖਾਹ ਲਵਾ ਕੇ ਆਪਣੀ ਸਜ਼ਾ ਭੁਗਤੀ ਹੈ ਜੀ। ਇਹ ਉਹਦੀ ਮੈਂ ਸੋਚਦਾ ਵੀ ਕਹਿ ਸਕਦੇ ਕਿ ਉਹਨੇ ਆਪਣੀ ਨੈਤਿਕਤਾ ਨੂੰ ਵਰਕਰ ਰੱਖਿਆ, ਦੁਬਾਰਾ ਅੰਮ੍ਰਿਤ ਛਕਿਆ ਫਿਰ ਉਹਨੇ। ਇਹ ਚੰਗੀ ਗੱਲ ਸੀ। ਇਹਦੇ ਚੋਂ ਸਾਡੀ ਪਰੰਪਰਾ ਵਾ, ਸਾਡੀ ਮਰਿਆਦਾ ਵਾ। ਉਹਨੇ ਮਰਿਆਦਾ ਦੀ ਪਾਲਣਾ ਕੀਤੀ, ਨਿਯਮਾਂ ਦੀ ਪਾਲਣਾ ਕੀਤੀ ਆ ਜੀ। ਅਸੀਂ ਉਹਦੇ ਖਿਲਾਫ ਨਹੀਂ, ਤੁਸੀਂ ਰੱਖਣਾ ਰੱਖੋ ਨਾ ਰੱਖੋ ਤੁਹਾਡੀ ਮਰਜ਼ੀ ਆ। ਲੇਕਿਨ ਉਹਨੂੰ ਹਟਾਉਣ ਵਾਸਤੇ ਵਿਰੋਧੀ ਸਰਗਰਮ ਹੋ, ਅਸੀਂ ਕੀ ਕਰ ਸਕਦੇ। ਰਹਿੰਦੀ ਖੁੰਦੀ ਉਸ ਵਿਅਕਤੀ ਨੇ ਆਪਣਾ ਆਪ ਹੀ ਭਾਂਡਾ ਭੰਦਾ ਭਾਈ ਇਹ ਗੱਲ ਇਦਾਂ ਨਹੀਂ ਇਦਾਂ ਕੇਸ ਕਰੂੰਗਾ ਕਰੇ ਕੇਸ ਨਹੀਂ ਕਹਿੰਦਾ ਜਿਸ ਕੇ ਕਰੇ, ਜਦੋਂ ਇੱਥੇ ਨਾ ਹੀ ਨਹੀਂ ਲਿਆ ਤੂੰ ਆਪ ਗਈ ਨਾ ਕਹੀ ਜਾ। ਵੀ ਅਸੀਂ ਤਾਂ ਆਖਿਆ ਹੀ ਨਹੀਂ। ਉਹ ਕੇਸ ਇੱਕ ਛੱਡ ਕੇ 2 ਕਰੇ ਕੇਸ ਵੀ ਅਸੀਂ ਨੋਟਿਸ ਦੇ ਵਿੱਚ ਜਵਾਬ ਦੇਾਂਗੇ ਬਕਾਇਦਾ ਤੌਰ ਤੇ। ਠੀਕ ਹੈ ਨਾ। ਤੇ ਬਾਕੀ ਅੱਲਾ ਖੈਰ ਸੱਲਾ ਜੀ।
ਇਸ ਕਰਕੇ ਅਸੀਂ ਤੇ ਕਿਹਾ ਹੀ ਉਹਨੂੰ ਵੀ ਇਹ ਬੰਦਾ ਹੈਗਾ, ਅਸੀਂ ਨਹੀਂ ਕਿਹਾ ਉਹਨੂੰ। ਇਸ ਬੰਦੇ ਨੂੰ ਜਿਹੜਾ ਸੀ ਇੱਕ ਵਾਰੀ ਜਿਹੜਾ ਇਹਦੇ ਆਰਡਰ ਹੋ ਗਏ ਸੀ ਵੀ ਇਹ ਦਰਬਾਰ ਸਾਹਿਬ ਦੇ ਗ੍ਰੰਥੀ ਲੱਗੇਗਾ ਜੀ। ਇੱਕ ਨੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਉਂ ਜੁਆਇਨ ਨਹੀਂ ਕਰਾਇਆ ਮੈਨੂੰ ਨਹੀਂ ਪਤਾ, ਨਾ ਉਹਦੇ ਮੈਂ ਪਿਛੋਕੜ ਜਾਣਾ ਚਾਹੁੰਦਾ, ਨਾ ਮੈਂ ਪਤਾ ਕੀਤਾ ਨਾ ਕਰਨਾ ਜੀ। ਉਹਨਾਂ ਨੇ ਇਹਨੂੰ ਜੁਆਇਨ ਨਹੀਂ ਕਰਾਇਆ ਸੀਗਾ। ਇਹਦੀ ਫਿਰ ਪਹਿਲਾਂ ਵੀ ਇੱਕ ਗਲਤੀ ਹੋਈ ਸੀ, ਉਹ ਗਲਤੀ ਦੇ ਵਿੱਚ ਅਕਾਲ ਤਖਤ ਤੋਂ ਬਦਲੀ ਸ਼ਹੀਦਾਂ ਦੇ ਅਜੇ ਗ੍ਰੰਥੀ ਕਰਦੇ, ਸਾਨੂੰ ਵੀ ਤਾਂ ਪੀੜ ਹੋਈ ਸੀ ਯਾਰ ਤੁਸੀਂ ਹੈਡ ਗ੍ਰੰਥੀ ਨੂੰ ਗ੍ਰੰਥੀ ਬਣਾਉਣ ਦੇ ਬੰਦੇ ਜੀ। ਉਦੋਂ ਜ਼ਿਕਰ ਕੀਤਾ ਸੀ, ਨਾਂ ਨਹੀਂ ਸੀ ਲਿਆ ਸੀ। ਅੱਜ ਵੀ ਅਸੀਂ ਉਹਦੇ ਖਿਲਾਫ ਨਹੀਂ, ਅਸੀਂ ਸਿਰਫ ਇੰਨੀ ਗੱਲ ਕਹਿੰਦੇ ਆ ਵੀ ਜੇ ਇਸ ਬੰਦੇ ਨੂੰ ਮੁਆਫੀ ਮਿਲ ਸਕਦੀ ਆ ਤੇ ਸੁੱਚਾ ਸਿੰਘ ਲਗਾ ਨੂੰ ਕਿਉਂ ਨਹੀਂ ਦੇ ਦਿਓ, ਜਿਹੜਾ ਇੰਨੀਆਂ ਦਰਖਾਸਤਾਂ ਦੇ ਚੁੱਕਾ ਉਹ ਨੱਕ ਰੱਖ ਚੁੱਕਾ ਉਹ ਤੁਹਾਡੇ ਅੱਗੇ ਨਤਮਸਤਕ ਲੰਮੇ ਪੈ ਕੇ ਮਾਫੀ ਮੰਗਣ ਨੂੰ ਤਿਆਰ ਆ, ਜਿਹੜੀ ਸਜ਼ਾ ਤੋਂ ਭੁਗਤਣ ਨੂੰ ਤਿਆਰ ਆ, ਉਹਨੂੰ ਦੇ ਦਿਓ, ਕਿਉਂ ਨਹੀਂ ਦੇ ਤੁਸੀਂ? ਤੇ ਹੋ ਰਹੀ ਤੇ ਨਾ ਲਿਆ ਨਹੀਂ, ਅਸੀਂ ਨਹੀਂ ਕਹਿੰਦੇ ਵੀ ਉਹ ਗਲਤ ਆ ਉਹ ਸਹੀ ਆ, ਉਹ ਆਪ ਕਹੀ ਜਾਂਦੇ ਵੀ ਮੈਂ ਨਹੀਂ ਹੈਗਾ, ਨਾ ਉਹ ਅਸੀਂ ਕਿ ਨਾ ਉਹ ਤੇਰੀ ਗੱਲ ਹੀ ਨਹੀਂ, ਇਸੇ ਤਰ੍ਹਾਂ ਨਹੀਂ ਲਿਆ ਨਾ ਅਸੀਂ ਲੈ ਕੇ ਕੀ ਕਰਨਾ ਭਾਈ ਜੀ। ਹਾਂ ਬਿਲਕੁਲ, ਤੁਸੀਂ ਭਾਜੀ ਆਪਣਾ ਦਿਓ, ਅਸੀਂ ਕਹਿੰਦੇ ਉਹਨੂੰ ਵੀ ਲਾਈਵ ਕਹਿੰਦੇ ਵੀ ਤੁਸੀਂ ਨੋਟਿਸ ਦਿਓ, ਅਸੀਂ ਜਵਾਬ ਦਿਆਂਗੇ ਉਹਦਾ ਵੀ ਭਾਈ ਦੱਸੋ ਸਾਡਾ ਇਹ ਨਾ ਨਹੀਂ ਰਲਿਆ ਜੀ ਜੀ, ਜੇ ਇਹਨੇ ਕੀਤਾ ਤੇ ਭੁਗਤੇ ਸੀਗੇ ਤੇ ਕੀ ਲੈਣਾ। ਤੇ ਉਮਰਾ ਨੰਗਲ ਮਾਮਲੇ ਦੇ ਵਿੱਚ ਮੈਨੇਜਰਾਂ ਨੂੰ ਤਾਂ ਤਬਾਦਲਾ ਕਰਤਾ, ਮੈਂਬਰ ਸਾਹਿਬ ਕਹਿੰਦੇ ਖਿਮਾ ਯਾਚਨਾ ਲਈ ਪਹੁੰਚ ਗਏ ਨੇ, ਸਿਆਸਤ ਸ਼ੁਰੂ ਹੋ ਗਈ ਹੈ ਫਿਰ ਤੋਂ। ਇਹ ਲੰਮੀ ਕਹਾਣੀ ਹੈ ਜੀ, 10 ਮਿੰਟ ਲੱਗਣੇ ਹੈ, ਆਪਾਂ ਬ੍ਰੇਕ ਤੋਂ ਬਾਅਦ ਨਾ ਕਰੀਏ। ਨਹੀਂ ਹਜੇ ਹੈਗਾ ਜੀ ਸਮਾਂ ਆਪਣੇ ਕੋਲ, ਕਿਉਂਕਿ ਇੱਕੋ ਹੀ ਖਬਰ ਕੀਤੀ ਹੈ ਹਜੇ ਆਪਾਂ। ਵੇਖੋ ਜੀ, ਉਮਰਾ ਨੰਗਲ ਦੇ ਮਾਮਲੇ ਦੇ ਵਿੱਚ ਇੱਥੇ ਤੰਦਨੀ ਤਾਣੀ ਵਿਗੜੀ ਪਈ ਜੀ। ਤੁਸੀਂ ਪਿੱਛੋਂ ਤੰਦਨੀ ਤਾਣੀ ਕਿਉਂ ਵਿਗੜੀ ਪਈ ਆ ਵੀ ਉਮਰਾ ਨੰਗਲ ਨੇ ਉਦੋਂ ਆ ਕੇ ਇੱਥੇ ਰਾਸ਼ਨ ਪਾਣੀ ਚੜਾਇਆ ਜਦੋਂ ਵੱਡੇ ਬਾਦਲ ਸਾਹਿਬ ਨੇ ਅਨਾਉਂਸ ਕੀਤਾ ਵੀ ਭਾਈ ਦਰਬਾਰ ਸਾਹਿਬ ਜਾ ਕੇ ਜਿਹੜਾ ਸੀ ਉਹ ਰਸਤ ਲੈ ਕੇ ਜਾਓ ਜੀ। ਇਹ ਰਸਤ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਗੁਰਦੁਆਰੇ ਦਿੱਤੀ ਜਾ ਸਕਦੀ ਸੀ, ਸਿੱਧੀ ਦਰਬਾਰ ਸਾਹਿਬ ਦੀ ਲੋੜ ਨਹੀਂ ਸੀ ਜੀ। ਉਮਰਾ ਨੰਗਲ ਸਾਹਿਬ ਨੂੰ ਪਹਿਲਾਂ ਤੇ ਇਹਨਾਂ ਨੇ ਕੀ ਕੀਤਾ ਵੀ ਉਹਨਾਂ ਦਾ ਆਊਟ ਆਫ ਵੇ ਜਾ ਕੇ ਜਿਹੜਾ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਭੋਗ ਕੀਤਾ ਜੀ। ਜਦੋਂ ਕਿ ਕਹਿੰਦੇ ਜੀ 2 ਮਹੀਨੇ ਨਹੀਂ ਹੈਗੀ, 3 ਮਹੀਨੇ ਹੈਗੀ, ਸਾਲ ਨਹੀਂ ਹੈਗੀ ਜੀ, ਸਾਡੇ ਕੋਲ ਡੇਟ ਹੀ ਨਹੀਂ ਹੈਗੀ, ਕਿੱਥੋਂ ਦੇ ਦਈਏ ਅਸੀਂ। ਉਹਨਾਂ ਦਾ ਖੰਡ ਭੋਗ ਕਰਕੇ 16 ਤਰੀਕ ਨੂੰ ਬਕਾਇਦਾ ਤੌਰ ਤੇ ਖੰਡ ਪਾਠ ਰਖਾਇਆ ਗਿਆ ਤੇ 18 ਨੂੰ ਭੋਗ ਪਾਇਆ ਗਿਆ ਜੀ। ਤੇ ਉਮਰਾ ਨੰਗਲ ਸਾਹਿਬ ਦੇ ਫਿਰ ਸਰਾਂ ਚ ਰਹੇ, ਆਪਣੇ ਗਨਮੈਨਾਂ ਨਾਲ ਬੰਦਿਆਂ ਨਾਲ ਉੱਥੇ ਹੀ ਰਹੇ, ਆਪਣੇ ਸਰਾਂ ਦੇ ਵਿੱਚ ਹੀ ਨਾ ਕੱਟੇ ਉੱਥੇ ਜੀ। ਤੇ ਜਦੋਂ 18 ਨੂੰ ਭੋਗ ਪਿਆ ਉਦੋਂ ਵੀ ਇਹਨਾਂ ਦੇ ਮੁਲਾਜ਼ਮ ਸ਼ਾਮਲ ਹੋਏ, ਮੈਨੇਜਰ ਸ਼ਾਮਲ ਹੋਏ, ਸਪੈਸ਼ਲ ਅਰਦਾਸੀਆ ਬੁਲਾਇਆ ਗਿਆ ਵੀ ਅਰਦਾਸੀਆ ਸਪੈਸ਼ਲ ਲੈ ਕੇ ਜਿਹਦੇ ਵਾਸਤੇ ਦਰਬਾਰ ਸਾਹਿਬ ਦਾ। ਅੱਛਾ, ਹੁਣ ਉਹ ਉਮਰਾ ਨੰਗਲ ਸਾਹਿਬ ਨੂੰ ਫਿਰ ਇਹਨਾਂ ਨੇ ਪੂਰਾ ਸਤਿਕਾਰ ਵੀ ਕੀਤਾ, ਉਦੋਂ ਵੀ ਸਤਿਕਾਰ ਕੀਤਾ, ਇਹਨਾਂ ਨਹੀਂ ਹੋਇਆ, ਫੋਟੋ ਨਹੀਂ ਮਾਈਆਂ, ਵੱਖਰੀ ਗੱਲ ਆ। ਤੇ ਇਹਦੇ ਪਿੱਛੇ ਕੌਣ ਸੀਗਾ ਜੀ? ਸਾਡੇ ਮਾਝੇ ਦੇ ਜਰਨੈਲ। ਅੱਛਾ ਜੀ, ਲਿਹਾਜ਼ ਉਹਨਾਂ ਨਾਲ ਚੰਗੀ ਆ ਨਾ, ਬੜਾ ਲਿਹਾਜ਼ ਜੀ, ਬੜਾ ਲਿਹਾਜ਼ ਮਾਝੇ ਦੇ ਜਰਨੈਲਾਂ ਦਾ ਹੱਥ ਸੀਗਾ। ਤੇ ਮੁੜ ਕੇ ਜਦੋਂ ਇਹਨਾਂ ਨੇ ਆਹ ਜਿਹੜਾ ਸੀ ਆਪਣਾ 10 ਕੁਇੰਟਲ ਆਟਾ ਤੇ ਜਿਹੜੀ 3.5 ਕੁਇੰਟਲ ਜਿਹੜੀ ਤੁਹਾਡੀ ਆਪਣੀ ਦਾਲ ਦੂਲ ਤੇ ਹਲਦੀ ਹੁਲਦੀ ਉਹ ਚਬਾਨ ਚੜਾਇਆ ਵਾ ਜੀ, ਉਦੋਂ ਇਹ ਲੈ ਕੇ ਆਏ ਤੇ ਉਦੋਂ ਵੀ ਅਮਲਾ ਫੈਲਾ ਪੂਰਾ ਫਲ ਰਿਹਾ ਉੱਥੇ SCPC ਦਾ। ਉਹਦੇ ਵਿੱਚ 2 ਮੈਨੇਜਰ ਨਹੀਂ, ਕਈ ਮੈਨੇਜਰ ਹੋਰ ਵੀ ਸਾਹਮਣੇ ਆਉਣਗੇ ਜੇ ਪੜਤਾਲ ਹੁੰਦੀ ਹੈ ਜੀ। ਪਰ ਪੜਤਾਲ ਵੀ ਕਰਾਉਣੀ ਹੈ ਜੀ। ਉਹਦੇ ਵਿੱਚ ਇਹਨਾਂ ਨੇ ਇੱਕ ਜਿਹੜੇ ਸਾਡੇ ਹੋਰ ਮੈਂਬਰ ਹੈਗੇ ਅੰਮ੍ਰਿਤਸਰ ਦੇ ਬੜੇ ਮਸ਼ਹੂਰ ਨੇ, ਬੜੇ ਵੱਡੇ ਅਹੁਦੇ ਤੇ SCPC ਤੇ ਉਹਨਾਂ ਨੂੰ ਕਿਹਾ ਗਿਆ ਜਿਹੜੀ ਸਾਡੇ ਮਾਝੇ ਦੇ ਜਰਨੈਲ ਵੱਲੋਂ ਭਾਈ ਤੁਸੀਂ ਜਾਓ ਤੇ ਉਹਨਾਂ ਦਾ ਸਨਮਾਨ ਕਰੋ। ਅੱਛਾ ਜੀ। ਲੇਕਿਨ ਉਹਨਾਂ ਹਾਲਾਤਾਂ ਨੂੰ ਜਿਹੜਾ ਸੀ ਮੱਦੇ ਚ ਰੱਖਦੇ ਕੋਈ ਬਹਾਨਾ ਲਾਤਾ ਵੀ ਮੈਂ ਨਹੀਂ ਜਾ ਸਕਦਾ ਜੀ। ਉਹਨਾਂ ਫਿਰ ਗਊ ਹੱਤਿਆ ਕੀਤੀ, ਜਿਹੜਾ ਭਲਾ ਮਾਨਸ ਬੰਦਾ ਸੀ ਸਿਆਲਕਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਉਹਨੂੰ ਭੇਜਿਆ ਵੀ ਤੂੰ ਜਾ। ਅੱਛਾ ਜੀ। ਅੱਛਾ, ਗਊ ਹੱਤਿਆ ਕੀ ਹੈਗਾ? ਗਊ ਹੱਤਿਆ ਜਿਹੜਾ ਭਲਾ ਮਾਨਸ ਬੰਦਾ ਜੀ, ਹੋਰ ਕੀ ਹੁੰਦਾ। ਅੱਛਾ, ਜਿਹੜੇ ਚੁਸਤ ਬੰਦੇ ਸੀ ਵੜੇ ਨਹੀਂ ਗਏ, 2 ਬੰਦੇ ਹੋ ਰਹੇ ਚੁਸਤੇ, ਉਹ ਨਹੀਂ ਵੜੇ। ਅੱਛਾ, ਉਹਨਾਂ ਨੂੰ ਪਤਾ ਰੌਲਾ ਪੈਣਾ। ਇਹ ਵਿਚਾਰਾ ਚਲੇ ਗਏ, ਇਹ ਜਾ ਕੇ ਉਹਨਾਂ ਗੱਲਾਂ ਬਾਤਾਂ ਵੀ ਕੀਤੀਆਂ, ਬਰਫੀ ਵੀ ਖਾਧੀ, ਚਾਹਾਂ ਪੀਤੀਆਂ, ਘੰਟਾ ਪਰ ਉਹਨਾਂ ਗੱਲਾਂ ਬਾਤਾਂ ਕਰਦੇ ਰਹੇ, ਬੜੀਆਂ ਸਿਆਸਤ ਦੀਆਂ ਗੱਲਾਂ ਕੀਤੀਆਂ, ਕੇਸ ਦੀਆਂ ਗੱਲਾਂ ਕੀਤੀਆਂ, ਬੜਾ ਕੁਝ ਕੀਤਾ। ਅੱਛਾ ਜੀ। ਤੇ ਸਿਆਲਕਾ ਸਾਹਿਬ ਨੂੰ ਇੱਕ ਬੇਨਤੀ ਹੱਥ ਜੋੜ ਕੇ, ਸਿਆਲਕਾ ਸਾਹਿਬ ਝੂਠ ਨਾ ਬੋਲੋ। ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਝੂਠ ਨਾਲ ਹੋਰ ਗੱਲ ਪੈਂਦਾ। ਸਿੱਧਾ ਕਹਿ ਦਿੱਤੀ ਹਾਂ ਸਾਡੀ ਗਲਤੀ ਆ ਜੀ, ਅਸੀਂ ਗਲਤੀ ਕੀਤੀ, ਸਜ਼ਾ ਭੁਗਤਣ ਲਈ ਤਿਆਰ, ਤੁਹਾਨੂੰ ਪੰਥ ਮਾਫ ਕਰ ਦੇਗਾ, ਕੋਈ ਗੱਲ। ਬਿਲਕੁਲ। ਉਹਨੇ ਮੁੜ ਕੇ ਇਹਨਾਂ ਨੂੰ ਸਨਮਾਨਿਤ ਕੀਤਾ, ਉੱਪਰੋਂ ਕਮਾਉਂਦੇ ਸਨਮਾਨਿਤ ਕਰੋ ਇਹਨੂੰ, ਸਨਮਾਨਿਤ ਕਰੋ ਇਹਨੂੰ। ਪਹਿਲੀ ਗੱਲ ਤੇ 1955-56 ਦੇ ਵਿੱਚ ਸਾਡੇ ਭਾਈ ਵੀਰ ਸਿੰਘ ਹੋਰਾਂ ਵਿਰੋਧ ਕੀਤਾ ਸੀ ਵੀ ਸਹੀ ਜਿਹੜੀ ਆ ਉਹ ਬੁੱਤ ਪੂਜਕ ਨਹੀਂ। ਹਾਂ ਬਿਲਕੁਲ ਹੈਗੇ। SCPC ਨੇ ਕਿਹਾ ਸੀਗਾ
ਵੀ ਅਸੀਂ ਸਾਡੀ ਫੋਟੋਆਂ ਛਪਾਉਣੀਆਂ ਗੁਰੂ ਸਾਹਿਬ ਨੇ ਕਿਹਾ ਬਿਲਕੁਲ ਗਲਤ। ਅਸੀਂ ਬੁੱਤ ਪੂਜਕ ਨਹੀਂ ਜੀ, ਅਸੀਂ ਸ਼ਬਦ ਦੇ ਪੁਜਾਰੀ ਆ, ਅਸੀਂ ਗੁਰੂ ਸ਼ਬਦ ਨਾਲ ਜੋੜਨਾ ਵਾ। ਫੋਟੋਆਂ ਦੀਆਂ ਤਸਵੀਰਾਂ ਹੈ ਕਿਹਦੀਆਂ? ਉਹ ਤਾਂ ਜਿਹਨੇ ਬਣਾਤੀਆਂ ਉਹ ਆਪਣੇ ਕੀ ਨਾ ਸੋਭਾ ਸਿੰਘ ਨੇ, ਸਾਰੇ ਉਸੇ ਨੂੰ ਮੰਨੀ ਜਾਂਦੇ। ਉਹ ਤਾਂ ਸੋਭਾ ਸਿੰਘ ਨੇ 1969 ਬਣਾ ਕੇ ਦਿੱਤੀਆਂ, ਮੁੜ ਕੇ ਨਾ ਪ੍ਰਵਾਨ ਕਰਨੀ ਗਿਆ। ਹਾਂ, ਜਦੋਂ ਐਸਜੀਪੀਸੀ ਨੇ ਪ੍ਰਵਾਨ ਕਰਨੀ ਆ ਫਿਰ ਗੱਲ ਮੁੱਕ ਜਾਂਦੀ ਹੈ ਨਾ ਜੀ। ਦੱਸੋ। ਹੁਣ ਇਹਨਾਂ ਨੇ ਫੋਟੋ ਵੀ ਦਿੱਤੀ ਤੇ ਉਹਨਾਂ ਨੂੰ ਨਾਲ ਸਰੋਪਾ ਵੀ ਗੱਲ ਸੁਣਨ ਦੇ ਪਾਇਆ। ਅੱਛਾ ਜੀ। ਸਰੋਪਾ ਪਾਉਣ ਤੋਂ ਬਾਅਦ ਮੁੜ ਕੇ ਜਦੋਂ ਰੌਲਾ ਪਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਭੌਰ ਬੋਲੇ, ਜਿਨ੍ਹਾਂ ਦੀ ਆਪਾਂ ਉਹ ਜਿਹੜੇ ਚਿੱਠੀ ਪੜ੍ਹ ਕੇ ਵੀ ਸੁਣਾਈ ਜੀ। ਬੀਬੀ ਕਿਰਨਜੋਤ ਕੌਰ ਨੇ ਬੜਾ ਸਖਤ ਨੋਟਿਸ ਲਿਆ ਵੀ ਕਿਹੜੀ ਦੁਨੀਆ ਨੂੰ ਨਹੀਂ ਪਤਾ ਵੀ ਜਿਹੜਾ ਪਰਮਰਾਜ ਸਿੰਘ ਉਮਰਾ ਨੰਗਲ ਉਹ ਮੁੱਖ ਦੋਸ਼ੀ ਆ ਬਾਈਬਲ ਕਲਾਂ ਤੇ ਕੋਟਕਪੂਰਾ ਕਾਂਡ ਦਾ, ਜਿੱਥੇ ਸਾਡੇ 2 ਸਿੰਘ ਸ਼ਹੀਦ ਕੀਤੇ ਗਏ ਜੀ। ਜੰਗ ਲੜ ਰਹੇ ਸੀ ਗੁਰੂ ਘਰ ਦੇ ਜਿਹੜੇ ਅੰਗ ਸੀ ਉਹ ਨਾਲੀਆਂ ਦੇ ਖਿਲਾਫ ਨਾਲੀਆਂ ਸੁੱਟੇ ਗਏ ਤੇ ਰੂੜੀਆਂ ਤੇ ਖਿਲਾਰੇ ਗਏ ਜੀ। ਉਹਨਾਂ ਦਾ ਹੋਰ ਕਸੂਰ ਤਾਂ ਕੋਈ ਨਹੀਂ ਸੀ ਨਾ ਹੈਗਾ। ਇਹ ਉਹਨਾਂ ਗੱਲਾਂ ਦੋਸ਼ੀ ਇਹਦੇ ਖਿਲਾਫ ਪਰਚੇ ਦਰਜ ਹੋਏ। ਇਸ ਤੋਂ ਇਲਾਵਾ ਹੋਰ ਇਹਦੇ ਖਿਲਾਫ ਕਿੰਨੇ ਦੋਸ਼ ਨੇ, ਕਿੰਨੇ ਇੰਨੇ ਮੁੰਡੇ ਮਾਰੇ ਨੇ, ਉਹ ਵੀ ਕਿਸ ਅਦਾਲਤਾਂ ਚੱਲਦੇ ਨੇ ਜੀ। ਉਹ ਅਸੀਂ ਕੋਸ਼ਿਸ਼ ਕਰਾਂਗੇ। ਸਰਬਜੀਤ ਸਿੰਘ ਵੇਰਕਾ ਜਿਹੜੇ ਵਕੀਲ ਨੇ ਮਨੁੱਖੀ ਅਧਿਕਾਰਾਂ ਦੇ, ਉਹ ਇਹਦੇ ਬਾਰੇ ਕਰ ਰਹੇ ਨੇ, ਸਾਰੇ ਕੇਸ ਨੂੰ ਫੋਲੋ ਕਰ ਰਹੇ ਨੇ, ਉਹ ਲਾਈਨ ਤੇ ਲਾਵਾਂਗੇ। ਉਹਨਾਂ ਵੀ ਆਪਣੇ ਅਸੀਂ ਸਰੋਤਿਆਂ ਦੀ ਗੱਲ ਜਿਹੜੀ ਸੁਣਾਵਾਂਗੇ ਉਹਨਾਂ ਦੇ ਵਿਚਾਰਨਾਂ ਨੂੰ ਜੀ। ਇਹਨਾਂ ਨੂੰ ਮੁੜ ਕੇ ਜੋ ਬੀਬੀ ਕਿਰਨਜੋਤ ਵੀ ਬੋਲ ਪਈ, ਫਿਰ ਹੋਰ ਹੀ ਬੋਲ ਪਏ, ਸਾਰੀਆਂ ਜਥੇਬੰਦੀਆਂ ਬੋਲ ਪਈਆਂ ਜੀ। ਜਿਹੜੀ ਖਾਲਸਾ ਮਿਸ਼ਨ ਆਰਗੇਨਾਈਜੇਸ਼ਨ ਬੋਲ ਪਈ, ਫਿਰ ਹਵਾਰਾ ਕਮੇਟੀ ਬੋਲ ਪਈ, ਮਾਨ ਸਾਹਿਬ ਬੋਲ ਪਏ, ਕਰਨਾ ਸਾਹਿਬ ਬੋਲ ਪਏ, ਸਾਰੇ ਬੋਲ ਪਏ। ਉਹਨਾਂ ਦੇ ਇੱਥੋਂ ਕਹਿਤਾ ਵੀ ਭਾਈ ਗੋਬਿੰਦ ਸਿੰਘ ਲੋਂਗੋਵਾਲ ਆਪਣੇ ਮੌਕੇ ਤੋਂ ਅਸਤੀਫਾ ਦੇਵੇ ਤੇ ਮਾਫੀ ਮੰਗੇ ਅਕਾਲ ਤਖਤ ਤੇ ਜਾ ਕੇ। ਤੇ ਉਹਦੀ ਟਨਿਓਰ ਚ ਹੋ ਰਿਹਾ ਸਭ ਕੁਛ। ਹੁਣ ਗਾਂ ਕੀ ਹੋਇਆ? ਗਾਂ ਗੱਲ ਸੁਣੋ ਵੀ ਗੱਲ ਜਿਹੜੀ ਹੋਈ ਆ। ਚਲੋ ਇਹ ਤੇ ਸਰੋਪਾ ਦੇਤਾ, ਸਭ ਕੁਛ ਹੋ ਗਿਆ। ਤੇ ਕੱਲ ਸ਼ਾਮੀ ਫਿਰ ਜਿਹੜੇ ਸਿਆਲਕਾ ਸਾਹਿਬ ਸੀ ਉਹਨੇ ਇੱਕ ਬੜੀ ਚੰਗਾ ਕੀਤਾ, ਉਹਨੇ ਅਕਾਲ ਤਖਤ ਨੂੰ ਇੱਕ ਲੈਟਰ ਲਿਖਿਆ ਜੀ ਵੀ ਸਾਡੇ ਕੋਲ ਗਲਤੀ ਹੋਈ ਹੈ ਜੀ, ਸਾਨੂੰ ਖਿਮਾ ਜਸਨ ਕੀਤੀ ਜਾਵੇ। ਉਹਨਾਂ ਮਾਫੀ ਮੰਗੀ। ਅੱਗੋਂ ਜਵਾਬ ਆਇਆ ਭਾਈ ਠੀਕ ਆ, ਤੁਸੀਂ ਗਲਤੀ ਕੀਤੀ ਆ, ਤੁਹਾਡੀ ਐਪਲੀਕੇਸ਼ਨ ਰੱਖ ਲਈ ਆ ਤੇ ਹੁਣ ਅਸੀਂ 5 ਸਿੰਘ ਸਾਹਿਬ ਦੀ ਮੀਟਿੰਗ ਵਿਚਾਰ ਲਾਂਗੇ ਕੀ ਕਰਨਾ, ਤੇ ਲਾ ਦੇਣਗੇ ਦਰਗਾਹ ਚਾਦਨ ਮਾਰ ਲਾਂਗੇ, ਮੰਜ ਲਾਂਗੇ ਭਾਂਡੇ, ਸਾਡੀ ਉਹੀ ਤੇ ਰਵਾਇਤ ਹੈ। ਇਹਨੂੰ ਅਸੀਂ ਸਜ਼ਾ ਕਹੀ ਨੇ, ਬੇਸਿਕਲੀ ਇਹ ਤਨਖਾਹ ਵਾ ਜੀ। ਤਨਖਾਹ ਦਾ ਮਤਲਬ ਹੁੰਦਾ ਵਾਧਾ, ਵੀ ਤੁਹਾਡੇ ਕੋਲੋਂ ਗਲਤੀ ਹੋਈ ਆ ਕਿਉਂਕਿ ਤੁਹਾਡੇ ਨਿਤਨੇਮ ਵਿੱਚ ਕੋਈ ਘਾਟ ਰਹਿ ਗਈ ਆ। ਬਿਲਕੁਲ ਬਿਲਕੁਲ। ਤੁਹਾਡੇ ਨਿਤਨੇਮ 'ਚ ਵਾਧਾ ਕੀਤਾ ਜਾਂਦਾ, ਤੁਸੀਂ ਆਹ ਬਾਣੀਆਂ ਹੋਰ ਪਾਣੀਆਂ ਨਿਤਨੇਮ ਤੋਂ ਐਕਸਟਰਾ, ਕੋਈ ਜਿਹੜੀ ਤੁਹਾਡੇ ਮਨ ਦੇ ਵਿੱਚ ਕੁਝ ਘਾਟ ਰਹਿ ਗਈ ਉਹ ਪੂਰੀ ਹੋ ਸਕੇ ਜੀ। ਇਸ ਕਰਕੇ ਇਹ ਤਨਖਾਹ ਹੁੰਦੀ ਆ। ਤਨਖਾਹ ਦਾ ਵੱਧ ਮਤਲਬ ਵਾਧਾ ਹੁੰਦਾ। ਹਾਂਜੀ ਹਾਂਜੀ, ਉਹ ਤਨਖਾਹ ਲੱਗ ਜਾਏਗੀ। ਹੁਣ ਅਗਲੀ ਗੱਲ ਚੱਲਦੇ ਹਾਂ ਜੀ। ਇਹਦੇ ਵਿੱਚ 2 ਮੈਨੇਜਰ ਭੜਕਾ ਦਿੱਤੇ ਗਏ ਜਿਨ੍ਹਾਂ ਦਾ ਦਬਾਅ ਪਾ ਕੇ ਸਨਮਾਨਿਤ ਕਰਾਇਆ ਗਿਆ। ਉਹ ਸੀ ਮਨਜਿੰਦਰ ਸਿੰਘ ਮੰਡ ਜੀ ਤੇ ਗੁਰਾ ਸਿੰਘ। ਅੱਛਾ ਜੀ। ਗੁਰਾ ਸਿੰਘ ਰੀਜਨਲ ਮੈਨੇਜਰ ਤੇ ਜਿਹੜਾ ਹੈਗਾ ਸੀ ਮਨਜਿੰਦਰ ਸਿੰਘ ਮੰਡ ਉਹ ਲੰਗਰ ਮੈਨੇਜਰ ਲੰਗਰ ਸਿੰਘ ਜੀ। ਉਹਨੂੰ ਭੜਕਾ ਦਿੱਤਾ ਗਿਆ। ਉਹ ਬੇਸਿਕਲੀ ਆਦੇਸ਼ ਪ੍ਰਤਾਪ ਕੈਰੋਂ ਦਾ ਬੰਦਾ ਵਾ। ਅੱਛਾ ਜੀ। ਇਹਨਾਂ ਨੇ ਉਹਨੂੰ ਕਹਿਤਾ ਵੀ ਸਾਨੂੰ ਨਹੀਂ ਪਤਾ, ਇਹ ਇੱਥੇ ਮਤਲਬ ਕੈਰੀਫਿਊਜ਼ ਲੱਗਾ ਕਿ ਕੀ ਲੱਗਾ, ਤੈਨੂੰ ਜੁਆਇਨ ਕਰਨਾ ਪਊ ਸਵੇਰ ਤੱਕ ਜਾ ਕੇ। ਉਹ ਕਹਿੰਦਾ ਦੱਸੋ ਜੀ ਮੈਂ ਕਿਵੇਂ ਜਾਵਾਂ, ਮੇਰਾ ਬੰਦੋਬਸਤ ਕਰ, ਮੈਂ ਚੱਲ ਜਾਊਂਗਾ। ਨਾ ਸਭ ਨਹੀਂ ਪਤਾ ਜੋ ਮਰਜ਼ੀ ਜਾ ਤੂੰ ਜੀ। ਉਹਨੇ ਫਿਰ ਆਦੇਸ਼ ਪ੍ਰਤਾਪ ਨਾਲ ਕੈਰੋਂ ਨਾਲ ਗੱਲ ਕੀਤੀ। ਉਹਨਾਂ ਇੱਥੋਂ ਨੂੰ ਪਾਸ ਲੈ ਕੇ ਦਿੱਤਾ ਤੇ ਉਹ ਪਟਿਆਲੇ ਗਿਆ ਪਹਿਲਾਂ। ਅੱਛਾ ਜੀ। ਪਟਿਆਲੇ ਇਹਨਾਂ ਦੀ ਇੱਕ ਸੰਸਥਾ ਹੈਗੀ ਆ ਉੱਥੇ ਆਦੇਸ਼ ਪ੍ਰਤਾਪ ਹੋਰਾਂ ਦੀ। ਅੱਛਾ ਜੀ। ਉੱਥੋਂ ਫਿਰ ਪਾਸ ਦਾ ਅਰੇਂਜ ਕੀਤਾ ਗਿਆ ਤੇ ਇਹਨੂੰ ਬਾਰਡਰ ਟਪਾਇਆ ਗਿਆ ਤੇ ਫਿਰ ਜਾ ਕੇ ਉਸ ਵਿਅਕਤੀ ਨੇ ਜਾ ਕੇ ਜੁਆਇਨ ਕੀਤਾ। ਐਡੀ ਵੱਡੀ ਸਜ਼ਾ ਦੇਤੀ ਵੀ ਕਰੋਨਾ ਦੇ ਕਰਫਿਊ ਦੇ ਵਿੱਚ ਵੀ ਤੂੰ ਚੱਲ ਉੱਥੇ। ਬਿਲਕੁਲ 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 ਬਿਲਕੁਲ। ਚਲੋ ਕਰੋਨਾ ਜੇ ਉਹਦੀ ਬਦਲੀ ਕਰ ਹੀ ਦਿੱਤੀ ਆ ਤਾਂ ਉਹ ਕਹਿ ਰਿਹਾ ਜੀ ਇਸ ਵੇਲੇ ਪ੍ਰਬੰਧ ਨਹੀਂ ਹੈਗਾ, ਤੁਸੀਂ ਇਹ ਤੂੰ ਨਾ ਗਿਓ, ਤੇਰੇ ਖਿਲਾਫ ਐਕਸ਼ਨ ਲਵਾਂਗੇ ਜੀ। ਅਗਲੀ ਗੱਲ ਕਰਦੇ ਜੀ। ਇਹਦੇ ਵਾਸਤੇ ਇੱਕ 3 ਮੈਂਬਰੀ ਕਮੇਟੀ ਬਣਾਈ ਗਈ। ਉਹਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਜੀ, ਹਰਿਆਣੇ ਤੋਂ ਮੈਂਬਰ ਮੋਹਨ ਸਿੰਘ ਬੰਗੀ ਤੇ ਸਾਡੇ ਬਾਬੇ ਬਕਾਲੀ ਚ ਹੈਗੇ ਨੇ ਆਪਣੇ ਅਮਰਜੀਤ ਸਿੰਘ ਭਲਾਈਪੁਰ ਜੀ। ਇਹ 3 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਹੈ, ਪੜਤਾਲ ਕਰਨਗੇ ਜੀ। ਪੜਤਾਲ ਦਾ ਮਤਲਬ ਇਹ ਹੁੰਦਾ ਵੀ ਪੜਤਾਲ ਤੱਕ ਤੁਸੀਂ ਕੋਈ ਕਾਰਵਾਈ ਨਹੀਂ, ਪੜਤਾਲ ਤੋਂ ਬਾਅਦ ਕਾਰਵਾਈ ਹੋਏਗੀ। ਹਾਂਜੀ। ਲੇਕਿਨ ਕਾਰਵਾਈ ਤੁਸੀਂ ਪਹਿਲਾਂ ਕਰਤੀ, ਉਹਨੇ ਖਾਦੀ ਕਰਨੀ ਸੀ। ਇਹਨੂੰ ਜਿਹੜਾ ਸੀ ਕੋਆਰਡੀਨੇਟ ਕਰੇਗਾ ਸਕੱਤਰ ਸਿੰਘ, ਜਿਹੜਾ ਫਲਾਈਂਗ ਇੰਚਾਰਜ ਉਹਦਾ ਮੀਤ ਸਕੱਤਰ ਜਿਹੜਾ ਹੈਗਾ ਜੀ। ਹੁਣ ਇਹ ਜੇ ਮੀਟਿੰਗ ਜੇ ਹੋਣੀ ਆ ਕਦੋਂ ਨਹੀਂ ਪਤਾ, ਕਿਉਂਕਿ ਮੋਹਨ ਸਿੰਘ ਮੰਗੀ ਨੇ ਹਰਿਆਣੇ ਤੋਂ ਆਉਣਾ ਤੇ ਉਹਦਾ ਆਉਣਾ ਸੰਭਵ ਨਹੀਂ। ਮੀਟਿੰਗ ਅਜੇ ਪਤਾ ਨਹੀਂ ਕਦੋਂ ਹੁੰਦੀ ਜੀ 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 ਜੀ।
ਉਹਨੂੰ ਜਿਹੜੇ ਗਰੀਬ ਨੂੰ ਤੁਸੀਂ ਸਜ਼ਾ ਦਿੱਤੀ, ਇੱਥੋਂ ਭਜਾਇਆ, ਜੇ ਉਹਦੀ ਪਹੁੰਚ ਨਾ ਹੁੰਦੀ ਤਾਂ ਤੁਸੀਂ ਡਿਸਮਿਸ ਕਰ ਦਿੰਦੇ ਗੱਲ ਨੂੰ, ਕਹਿੰਦੇ ਆਪਣੇ ਹੁਕਮਦੁਲੀ ਕੀਤੀ ਆ, ਮੁੜ ਕੇ ਉਹ ਕੋਰਟਾਂ ਤੁਰੇ ਫਿਰਦਾ ਜੀ। ਗਲਤੀ ਕਿਹਦੀ ਆ, ਉਸ ਪਾਸੇ ਜਾਓ। ਇਹਦੀ ਸਹੀ ਜੇ ਪੜਤਾਲ ਕਰਾਉਣੀ ਹੈ ਤੇ ਕਿਸੇ ਪੂਰਬ ਜੇ ਪੜਤਾਲ ਨੂੰ ਕਰਾ ਦਿਓ, ਤੁਹਾਨੂੰ ਸਭ ਤੋਂ ਕੱਢ ਕੇ ਰੱਖ ਦੂ ਕਿ ਦੋਸ਼ੀ ਅਸਲੀ ਕੌਣ। ਆਪਣੇ ਇੱਕ ਮਿੰਟ ਪੱਟੀ ਸਾਹਿਬ, ਭਗਵੰਤ ਸਿੰਘ ਸਿਆਲਕਾ ਦਾ ਬਿਆਨ ਆ ਰਿਹਾ ਹੈ, ਆਪਾਂ ਸੁਣਾ ਦਈਏ ਜੇ ਇਜਾਜ਼ਤ ਹੋਵੇ ਤਾਂ? ਤੁਸੀਂ ਬਿਲਕੁਲ ਸੁਣਾਓ ਜੀ, ਬਿਲਕੁਲ ਸੁਣਾਓ। ਗੁਰੂ ਸਮੂਹ ਸਾਧ ਸੰਗਤ ਜੀ ਆਪ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਅਚਾਨਕ ਵਾਪਰੀ ਘਟਨਾ ਦੇ ਸੰਬੰਧ ਵਿੱਚ ਮੈਂ ਪਹਿਲਾਂ ਹੀ ਸਮੂਹ ਸਾਧ ਸੰਗਤ ਕੋਲੋਂ ਖਿਮਾ ਜਾਚਨਾ ਕਰ ਚੁੱਕਾ ਕਿ ਜੇ ਮੇਰੇ ਕਰਕੇ ਕਿਸੇ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਹਦੀ ਖਿਮਾ ਜਾਚਨਾ ਕਰਦਾ। ਅਤੇ ਇਸੇ ਸੰਬੰਧ ਦੇ ਵਿੱਚ ਮੈਂ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਾਜ਼ਰ ਹੋ ਕੇ ਆਪਣਾ ਬੇਨਤੀ ਪੱਤਰ ਵੀ ਦੇ ਗਿਆ ਕਿ ਜੋ ਵੀ ਸੇਵਾ ਹੋਈ ਇਸ ਭੁੱਲ ਚੁੱਕ ਦੇ ਸੰਬੰਧ ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਆਪ ਸਾਜੇ ਤਖਤ 'ਤੇ ਤੋਂ ਮੈਨੂੰ ਹੁਕਮ ਜਾਂ ਆਦੇਸ਼ ਹੋਊਗਾ, ਮੈਂ ਉਹਦੀ ਸਿਰ ਝੁਕਾ ਕੇ ਪਾਲਣਾ ਕਰੂੰਗਾ। ਇਹ ਜੋ ਘਟਨਾ ਵਾਪਰੀ ਹੈ, ਪਹਿਲਾਂ ਤਾਂ ਇਹ ਮਹਿਸੂਸ ਹੋ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਿਆ ਅਕਸ, ਜੋ ਕਿ ਪਿਛਲੇ ਦਿਨੀ ਵੱਡੇ ਪੱਧਰ 'ਤੇ ਕੀਤੀ ਸੇਵਾ, ਲੰਗਰ ਦੀ ਹੋਰ ਸੇਵਾਵਾਂ ਦੇ ਰੂਪ ਵਿੱਚ ਬਿਨਾਂ ਸਾਧਨਾ ਤੋਂ ਜੇ ਇਸ ਸੰਬੰਧ ਦੇ ਸਮੇਂ ਦੌਰਾਨ ਕੀਤੀ ਗਈ ਜਾਂ ਸਰਕਾਰ ਕੋਲੋਂ ਵੀ ਨਹੀਂ ਸਾਰੇ ਥਾਈਂ ਪਹੁੰਚ ਕੀਤੀ ਗਈ, ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣੇ ਅਕਸ ਨੂੰ ਜਿਹੜਾ ਉਹ ਸ਼ਾਇਦ ਤਾਰਪੀਡੋ ਕਰਨ ਦੀ ਇੱਕ ਸਿਸਟਮ ਬਣਾਇਆ ਜਾ ਰਿਹਾ। ਪਰੰਤੂ ਉਸ ਤੋਂ ਬਾਅਦ ਇਹ ਹੁਣ ਰਾਜਨੀਤਿਕ ਪੱਖ ਵੀ ਲੈ ਰਹੀ ਹੈ ਇਹ ਸਾਰਾ ਘਟਨਾਕ੍ਰਮ। ਇਹਦੇ ਵਿੱਚ ਜਿਹੜਾ ਮੈਂ ਆਪ ਜੀ ਨੂੰ ਖਾਸ ਤੌਰ 'ਤੇ ਬੇਨਤੀ ਕਰਨਾ ਚਾਹੁੰਦਾ ਕਿ ਕੁਝ ਪੋਸਟਾਂ ਅਜਿਹੀਆਂ ਪਾਈਆਂ ਜਾ ਰਹੀਆਂ ਨੇ ਜਾਂ ਅਜਿਹਾ ਕਮੈਂਟ ਪਾਏ ਜਾ ਰਹੇ ਨੇ ਜਿਹੜੇ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੇ, ਐਡਿਟ ਕਰਕੇ ਪੋਸਟਾਂ ਪਾਈਆਂ ਜਾ ਰਹੀਆਂ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅਜਿਹੀ ਪੋਸਟ ਪਾਉਣ ਤੋਂ ਪਹਿਲਾਂ 100 ਵਾਰੀ ਸੋਚੋ। ਇਹ ਮੈਂ ਬਤੌਰ ਵਕੀਲ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤਾ ਜਾ ਕੇ ਕਾਰਜ ਵੇਖ ਨਹੀਂ ਸਕਿਆ, ਕਿਉਂਕਿ ਮੇਰਾ ਆਪਣਾ ਪ੍ਰੈਕਟਿਸ ਚੱਲਦੀ ਆ। ਪਰ ਜਦੋਂ ਇਹ ਘਟਨਾ ਵਾਪਰੀ ਤੇ ਇੱਕ ਚੈਨਲ ਦੇ ਉੱਤੇ ਬੀਬੀ ਕਰਨਜੋਤ ਕੌਰ, ਜੋ ਕਿ ਮੇਰੇ ਤੋਂ ਪਹਿਲਾਂ ਦੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ, ਉਹ ਵੀ ਨਾਲ ਸਨ। ਮੈਂ ਉਹਨਾਂ ਕੋਲੋਂ ਪੁੱਛਿਆ ਚੱਲਦੇ ਪ੍ਰੋਗਰਾਮ 'ਚ ਕਿ ਬੀਬੀ ਜੀ, ਸਰੋਪੇ ਦੇ ਸੰਬੰਧ ਵਿੱਚ ਕੋਈ ਸਪਸ਼ਟ ਨਿਯਮ ਬਣੇ ਨੇ? ਇਹ ਕਿੱਥੇ ਦਿੱਤਾ ਜਾ ਸਕਦਾ, ਕਿਹਨੂੰ ਦਿੱਤਾ ਜਾ ਸਕਦਾ, ਕਿਵੇਂ ਦਿੱਤਾ ਜਾ ਸਕਦਾ, ਕਿੱਥੇ ਨਹੀਂ ਦਿੱਤਾ ਜਾ ਸਕਦਾ? ਤਾਂ ਉਹਨਾਂ ਨੇ ਦੱਸਿਆ ਕਿ ਸਪਸ਼ਟ ਨਿਯਮ ਤਾਂ ਨਹੀਂ, ਪਰ ਕਈ ਵਾਰੀ ਜਿਹੜਾ ਇਹ ਲੋੜ ਨਹੀਂ ਹੁੰਦੀ ਤਾਂ ਵੀ ਦਿੱਤਾ ਜਾਂਦਾ। ਮੈਂ ਇਹ ਬੇਨਤੀ ਵੀ ਕਰ ਚੁੱਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਨੂੰ ਅਤੇ ਬਾਕੀ ਅਧਿਕਾਰੀ ਨੂੰ ਕਿ ਇਹਦੇ ਸੰਬੰਧ 'ਚ ਕੋਈ ਨਿਯਮ ਬਣੇ ਹੋਣ, ਤਾਂ ਜੋ ਜਿਹੜਾ ਦੇ ਰਿਹਾ ਉਹਨੂੰ ਪਤਾ ਹੋਵੇ ਮੈਂ ਇਹਨੂੰ ਦੇਣਾ, ਅਤੇ ਜਿਹੜਾ ਉੱਥੇ ਹਾਜ਼ਰ ਹੈ ਉਹਨੂੰ ਪਤਾ ਹੋਵੇ ਵੀ ਮੈਨੂੰ ਇਹ ਸਰੋਪਾ ਮਿਲ ਸਕਦਾ ਕਿ ਨਹੀਂ ਮਿਲ ਸਕਦਾ। ਲੰਗਰ ਦੇ ਸੰਬੰਧ ਵਿੱਚ ਜਦੋਂ ਕਾਰ ਸੇਵਾ ਲੈ ਕੇ ਕੋਈ ਰਸਤ ਬਸਤ ਲੈ ਕੇ ਸੰਗਤਾਂ ਹਾਜ਼ਰ ਹੁੰਦੀਆਂ ਨੇ, ਤੇ ਉਸ ਰਸਤ ਬਸਤ ਨੂੰ ਜਿਹੜਾ ਪ੍ਰਵਾਨ ਕਰਨ ਦੇ ਟੋਕਨ ਵਜੋਂ ਉੱਥੇ ਸੰਬੰਧਿਤ ਅਧਿਕਾਰੀ ਵੱਲੋਂ ਮੈਨੇਜਰ ਸਾਹਿਬ ਹੋਣ ਜਾਂ ਕੋਈ ਵੀ ਹੋਵੇ, ਉਹ ਇੱਕ ਕੋਈ ਨਾ ਕੋਈ ਜਿਹੜਾ ਉਹਦਾ ਸਰੋਪਾ ਦਿੱਤਾ ਜਾਵੇ, ਕਿਸੇ ਵੀ ਤਰ੍ਹਾਂ ਉਹਦਾ ਆਏ ਦਾ ਜ਼ਰੂਰ ਇੱਕ ਸਨਮਾਨ ਕੀਤਾ ਜਾਂਦਾ। ਉਸ ਦਿਨ ਇਕੱਲਾ ਮੈਂ ਭਾਵੇਂ ਉੱਥੇ ਅਚਨਚੇਤ ਇਹ ਘਟਨਾ ਵਾਪਰ ਗਈ, ਪਰ ਉੱਥੇ ਹੋਰ ਵੀ ਮੇਰੇ ਹੁੰਦਿਆਂ ਹੋਰ ਵੀ ਲੋਕਾਂ ਨੂੰ ਸਰੋਪੇ ਦਿੱਤੇ ਗਏ, ਜਿਨ੍ਹਾਂ ਨੇ ਕਿਸੇ ਨੇ ਚੈੱਕ ਭੇਟ ਕੀਤਾ, ਕਿਸੇ ਨੇ ਰਸਦ ਭੇਟ ਕੀਤੀ। ਮੈਂ ਹੁਣ ਬੇਨਤੀ ਕਰਨੀ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਮੈਂਬਰ ਸ਼੍ਰੋਮਣੀ ਕਮੇਟੀ ਨਹੀਂ ਸੀ, ਉਦੋਂ ਵੀ ਬਣਨ ਦੇ ਦੌਰਾਨ ਵੀ ਗੁਰੂ ਸਾਹਿਬ ਨੇ ਆਪ ਬਖਸ਼ਿਸ਼ ਕਰਕੇ ਪੰਥਕ ਸੇਵਾਵਾਂ ਲੈਂਦੇ ਰਹੇ ਨੇ, ਭਾਵੇਂ ਕਿਸੇ ਪੱਖ 'ਚ ਲਈਆਂ। ਤੇ ਮੇਰੀ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਵੀ ਹੋਈ ਹੁੰਦੀ ਵੀ ਸੱਚੇ ਪਾਤਸ਼ਾਹ ਜੋ ਕਰਵਾਇਆ, ਜੋ ਹੋਇਆ ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ ਬਖਸ਼ਿਸ਼ ਕੀਤੀ ਤੇ ਕਰ ਸਕਣ ਦੀ ਸਮਰੱਥਾ ਬਖਸ਼ੀ, ਜੋ ਹੋਣਾ ਉਹ ਵੀ ਆਪ ਜੀ ਨੇ ਬਖਸ਼ਿਸ਼ ਕਰਨੀ ਹੈ, ਆਪ ਜੀ ਨੇ ਕਰਵਾਉਣਾ। ਹੋ ਸਕਦਾ ਮੇਰੇ ਕੋਲੋਂ ਇਹ ਜੋ ਕੁਝ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ, ਹੋਈ ਭੁੱਲ ਦੇ ਸੰਬੰਧ ਵਿੱਚ ਗੁਰੂ ਸਾਹਿਬ ਨੇ ਕੋਈ ਬਖਸ਼ਿਸ਼ ਕੀਤੀ ਹੋਵੇ ਕਿ ਮੈਨੂੰ ਕਿਸੇ ਗੱਲ ਤੋਂ ਮੋੜ। ਪੱਟੀ ਸਾਹਿਬ, ਇੱਕ ਚੀਜ਼ ਬੜੀ ਸਪਸ਼ਟ ਜੀ ਆਉਂਦੀ ਹੈ ਕਿ ਸਰੋਪਾ ਉਹ ਕਿਸ ਨੂੰ ਦੇਣਾ, ਕਿਸ ਨੂੰ ਦੇਣਾ, ਪਰ ਵਕੀਲ ਸਾਹਿਬ ਨੇ ਆਪ ਦੱਸ ਰਹੇ ਨੇ, ਸਿਆਲਕਾ ਸਾਹਿਬ, ਵੀ ਮੈਂ ਵਕੀਲ ਹਾਂ। ਪਰ ਇੱਕ ਚੀਜ਼ ਦਾ ਆਪਾਂ ਨੂੰ ਪਤਾ ਹੁੰਦੀ ਹੈ ਨਾ, ਕਈ ਚੀਜ਼ਾਂ ਇਹ ਵੀ ਹੁੰਦੀਆਂ ਕਿ ਅਸੀਂ ਕੁਛ ਕਰਨਾ ਕਿ ਨਹੀਂ ਕਰਨਾ, ਅਸੀਂ ਆਪਣੀ ਬੁੱਧੀ ਤੋਂ
ਜਿਹੜਾ ਹੈਗਾ ਪ੍ਰਯੋਗ ਕਰਦੇ ਹੋਏ ਦੇਖਣਾ ਹੁੰਦਾ ਕਿ ਅਸੀਂ ਇਸ ਵਿਅਕਤੀ ਨੂੰ ਆਦਰ ਮਾਣ ਦੇਣਾ ਵੀ ਹੈ ਜਾਂ ਨਹੀਂ ਦੇਣਾ। ਫਿਰ ਕੱਲ੍ਹ ਨੂੰ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਥੇ ਕਿੱਥੇ ਲਿਖਿਆ ਵੀ ਜਿਹੜਾ ਵਿਅਕਤੀ ਕੀ ਕਹਿੰਦੇ ਹੈਗਾ ਪੰਥ 'ਚੋਂ, ਕਿਉਂਕਿ ਹੁਣ ਜੇ ਆਪਾਂ ਸਿੱਧੀ ਗੱਲ ਕਹੀਏ ਰਾਮ ਰਹੀਮ ਕਿਹੜਾ ਸਿੱਖ ਹੈ ਵੀ ਆਪਾਂ ਨੂੰ ਪੰਥ 'ਚੋਂ ਛੇਕਤਾ। ਇਹ ਤਾਂ ਹੈਗਾ ਕਿ ਪੰਥ 'ਚੋਂ ਛੇਕੇ ਵਿਅਕਤੀ ਨੂੰ ਨਹੀਂ ਕਰਨਾ। ਇੱਥੇ ਉਮਰਾ ਨੰਗਲ ਪੰਥ 'ਚੋਂ ਛੇਕਿਆ ਤਾਂ ਨਹੀਂ ਹੈ, ਪਰ ਪੰਥ ਪ੍ਰਤੀ ਜੋ ਉਹਦਾ ਇੱਕ ਐਟੀਟਿਊਡ ਰਿਹਾ, ਨਿਹੱਥੇ ਸਿੱਖਾਂ ਨੂੰ ਮਾਰਨ ਦੇ ਕਥਿਤ ਦੋਸ਼ ਲੱਗ ਰਹੇ ਨੇ, ਉੱਥੇ ਤੱਕ ਅੰਡਰਸਟੂਡ ਹੈ ਕਿ ਇਹ ਵਿਅਕਤੀ ਨੂੰ ਉਸ ਢੰਗ ਦੇ ਨਾਲ ਆਦਰ ਮਾਣ ਸਤਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਜਿੱਥੋਂ ਤੱਕ ਤੁਹਾਡੀ ਗੱਲ ਠੀਕ ਆ ਜੀ, ਪਰ ਜਿਹੜੇ ਸਾਲਕਾ ਸਾਹਿਬ ਇਹ ਥੋੜਾ ਜਿਹਾ ਦੱਸਣ ਦੀ ਕਿਰਪਾਲਤਾ ਕਰਨ ਸਾਨੂੰ ਵੀ ਜਿਹੜੇ ਇਹ ਤੁਸੀਂ ਕਹਿੰਦੇ ਹੋ ਵੀ ਜਿਹੜੇ ਨਿਯਮ ਬਣਾਏ ਜਾਣੇ ਚਾਹੀਦੇ ਉਹ ਕਿਹਨੇ ਬਣਾਉਣੇ ਸੀ? ਉਹ ਵੀ ਤੁਸੀਂ ਬਣਾਉਣੇ ਸੀ। ਤੁਸੀਂ 2-3 ਵਾਰੀ ਰਿਜੈਕਟ ਦੇ ਮੈਂਬਰ ਰਹੇ ਹੋ, ਕਦੀ ਤੁਸੀਂ ਆਵਾਜ਼ ਬੁਲੰਦ ਕੀਤੀ ਵੀ ਸੁਰਪਾ ਦੇ ਨਿਯਮ ਬਣਾਏ ਜਾਣ ਦੀ? ਕਦੀ ਨਹੀਂ ਆਵਾਜ਼ ਬੁਲੰਦ ਕੀਤੀ ਜੀ। ਅੱਜ ਤੁਹਾਡੇ ਦੀ ਭੀੜ ਬਣੀ, ਤੁਸੀਂ ਕਹਿ ਰਹੇ ਹੋ ਅਸੀਂ ਕੋਸ਼ਿਸ਼ ਕਰਾਂਗੇ ਸਾਲਕਾ ਸਾਹਿਬ ਨੂੰ ਸੋਮਵਾਰ ਨਾਲ ਲੈਣ ਦੀ, ਉਹਨਾਂ ਦਾ ਪੱਖ ਅਸੀਂ ਉਹਨਾਂ ਗੱਲਬਾਤ ਵੀ ਕਰਾਂਗੇ ਬਕਾਇਦਾ ਤੌਰ ਤੇ ਵੀ ਇਹ ਤੁਸੀਂ ਕਿਉਂ ਨਹੀਂ ਪਹਿਲਾਂ ਕਦੀ ਗੱਲ ਕੀਤੀ। ਜਿਹੜੀ ਦੂਸਰੀ ਤੇ ਤੁਸੀਂ ਕਹਿੰਦੇ ਬਿਲਕੁਲ ਗੱਲ ਠੀਕ ਜੀ ਵੀ ਜਿਹੜਾ ਉਮਰਾ ਨੰਗਲ ਉਹ ਪੰਚੋਂ ਛੇਕਿਆ ਨਹੀਂ ਜੀ, ਉਹਦੇ ਤੇ ਕਾਲ ਤਖਤ ਤੋਂ ਕੋਈ ਕਾਰਵਾਈ ਨਹੀਂ ਹੋਈ। ਲੇਕਿਨ ਜੇ ਅਸੀਂ ਪੰਥ ਦੀ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਸਿੱਖ ਸੰਗਤਾਂ ਨੇ ਉਹਨੂੰ ਪੰਚੋਂ ਛੇਕਿਆ ਆਇਆ ਵਾ। ਸੰਗਤ ਨੂੰ ਤੇ ਗੁਰੂ ਸਾਹਿਬ ਨੇ ਕਿਹਾ ਉਹ ਤੇ ਸੰਗਤ ਤੋਂ ਗੁਰੂ ਸਾਹਿਬ ਦੇ ਉੱਪਰ ਜੀ। ਇਸ ਕਰਕੇ ਜੇ ਜਥੇਦਾਰ ਨੇ ਨਹੀਂ ਕੋਈ ਕਾਰਵਾਈ ਕੀਤੀ ਅੱਜ ਦੀ ਡੇਟ ਦੇ ਜਥੇਦਾਰ ਅਕਾਲ ਤਖਤ ਨੂੰ ਤੇ ਬਿਆਨ ਦੇਣਾ ਚਾਹੀਦਾ ਸੀ ਜੀ। ਜਥੇਦਾਰ ਅਕਾਲ ਤਖਤ ਨੇ ਇਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ। ਉਹਦਾ ਫਰਜ਼ ਬਣਦਾ ਸੀ, ਉਹ ਸਿਰਫ ਕਹਿਣ ਲੱਗ ਪਿਆ ਜਿਹੜੀ ਵੇਖੀ ਸੌਦਾ ਸਾਹਿਬ ਨੂੰ ਪ੍ਰੋਲ ਮਿਲਦੀ ਜੋ ਨਹੀਂ ਮਿਲਣੀ ਚਾਹੀਦੀ, ਜੋ ਮਿਲ ਰਹੀ ਹੈ ਜੀ ਚਲੋ ਉਹਦੀ ਕਲੀਅਰ ਰੱਦ ਹੋ ਗਈ, ਵੱਖਰੀ ਗੱਲ ਆ ਜੀ, ਉਹ ਵੱਖਰਾ ਬਾਅਦ ਮੈਟਰ ਬਾਤ ਕਰਦੇ ਆ। ਲੇਕਿਨ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਇਹਦੇ ਨਿਯਮ ਬਣਾਏ ਕਿਉਂ ਨਹੀਂ? ਪਹਿਲਾਂ ਆਪ ਦੱਸੋ, ਨਿਯਮ ਬਣਾਓ ਤੁਸੀਂ ਆਪਣੇ ਜੀ ਜੀ। ਅੱਜ ਤੋਂ ਪਹਿਲਾਂ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਇੱਕ ਮਤਾ ਕਰਕੇ ਦਿੱਤਾ ਸੀਗਾ ਜੀ ਵੀ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਜੀ ਤੇ ਉਹਦਾ ਕਾਰਜ ਖੇਤਰ ਦੀ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨਿਯਮ ਬਣਾਵੇ। ਅੱਜ ਤੱਕ ਨਹੀਂ ਬਣਿਓ, ਨਹੀਂ ਬਣੇ। ਹੁਣ ਅਗਲੀ ਗੱਲ ਦੱਸਾਂ ਮੈਂ ਜੀ, ਸ਼੍ਰੋਮਣੀ ਕਮੇਟੀ ਦੀ ਐਡਜੈਕਟ ਨੇ ਇੱਕ ਫੈਸਲਾ ਕੀਤਾ ਵਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਸੇ ਨੂੰ ਸੁਰਪਾ ਨਹੀਂ ਦੇਣਾ ਜੀ। ਕੀ ਉਹਦੀ ਪਾਲਣਾ ਹੁੰਦੀ ਹੈ? ਇਹਦਾ ਜਵਾਬ ਕਿਸ ਕੋਲ ਹੈਗਾ ਨਾ। ਜਿਹੜੇ ਸਾਡੇ ਸਾਲਕਾ ਸਾਹਿਬ ਜਿਹੜੇ ਸ਼ਹੀਦ ਬੰਦੇ ਵਿੱਚ ਜਾਣਦਾ ਬੜੀ ਚੰਗੀ ਤਰ੍ਹਾਂ ਨੂੰ, ਉਹ ਤਾਂ ਭਲੇ ਮਾਨਸ ਬੰਦੇ ਜਿਹੜੇ ਫਸ ਗਏ, ਜਿਹੜੇ ਸ਼ੈਤਾਨ ਸੀ ਉਹ ਪਾਸੇ ਰਹਿ ਗਏ। ਉਹ ਜਿਹੜੀ ਨਾ ਜਿਹੜੀ ਵਕਾਲਤ ਕਰਦੇ ਸੱਚੀ ਸੁੱਚੀ ਕਰਦੇ ਬੁੱਧੀ ਨਹੀਂ ਕਰਦੇ, ਫਸ ਗਿਆ ਇਸ ਵਾਲੇ ਜੀ ਜੀ। ਲੇਕਿਨ ਇਹ ਸਾਲਕਾ ਸਾਹਿਬ ਇਹ ਵੀ ਸਵਾਲ ਬਣਦਾ ਵੀ ਫਿਰ ਤੁਸੀਂ ਨਾਲ ਜਾਂਦੇ ਹੋ ਤੇ ਬਾਦਲ ਸਰੂਪ ਕਿਉਂ ਦਿੱਤੇ ਜਾਂਦੇ ਅੰਦਰੋਂ? ਕੀ ਗੱਲ ਉਦੋਂ ਰਿਜੈਕਟਿਵ ਦੇ ਹੁਕਮਾਂ ਦੀ ਲੰਘਣਾ ਨਹੀਂ ਜੀ, ਸ਼੍ਰੋਮਣੀ ਕਮੇਟੀ ਦੇ ਹੁਕਮਾਂ ਦੀ ਲੰਘਣਾ ਨਹੀਂ। ਇਸ ਕਰਕੇ ਨਿਯਮ ਬਣਨਾ ਬਣਨ ਬਾਅਦ ਦੀ ਗੱਲ ਆ। ਅੱਜ ਦੀ ਡੇਟ ਦੇ ਵਿੱਚ ਜਿਹੜਾ ਪਰਮਪਾਲ ਸਿੰਘ ਉਮਰਾ ਨੰਗਲ ਆ, ਇਹਨਾਂ ਦੇ ਦਾਦੇ ਨੇ ਜਦੋਂ ਸੀ ਉਹਨਾਂ ਨੂੰ, ਤੁਹਾਨੂੰ ਯਾਦ ਹੋਏਗਾ 1978 ਦਾ ਕਾਂਡ ਹੋਇਆ ਸੀ, ਉਹ ਇਹਨਾਂ ਨੂੰ ਆਪਣੀ ਕਾਰ 'ਚ ਬਿਠਾ ਕੇ ਪੰਜਾਬ ਤੋਂ ਕੱਢ ਕੇ ਲੈ ਕੇ ਗਿਆ ਸੀ, ਉਹ ਤਾਂ ਮਾਲ ਮੰਤਰੀ ਸੀਗਾ ਜੀ। ਤੇ ਸਮਰਪਿਤ ਭਵਨ ਦੇਖ ਲਓ ਇਹਨਾਂ ਦੀ। ਜਦੋਂ 1979 ਚ SGPC ਦੀ ਚੋਣ ਹੋਈ ਆ ਜੀ, ਉਸ ਟਾਈਮ ਦੇ ਵਿੱਚ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਮੈਮ ਹੈਗੇ ਸੀ, ਮੰਤਰੀ ਸੀ, ਮਾਲ ਮੰਤਰੀ ਪੰਜਾਬ ਸਰਕਾਰ ਦੇ ਵਿੱਚ। ਅੱਛਾ ਜੀ। ਨਾਲ MLA ਸੀਗਾ ਹਾਂਜੀ। ਉਹਨੇ ਐਪਲੀਕੇਸ਼ਨ ਦਿੱਤੀ ਸੀ ਵੀ ਮੈਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਹੈ। ਅੱਛਾ ਜੀ। ਜਥੇਦਾਰ ਜਗਦੇਸ਼ ਸਿੰਘ ਤਲਵੰਡੀ ਪ੍ਰਧਾਨ ਸੀ, ਉਹਨਾਂ ਕਹਿੰਦਾ ਬਿਲਕੁਲ ਨਹੀਂ, ਤੈਨੂੰ ਅਸੀਂ ਇਜਾਜ਼ਤ ਨਹੀਂ ਦੇ ਸਕਦੇ, ਤੂੰ ਮੰਤਰੀ ਹੋ ਤੇ MLA ਵੀ ਆ ਜੀ। ਇਹਨੇ ਆਪਣੇ ਮੰਤਰੀ ਸ਼ਿਪ ਤੋਂ ਅਸਤੀਫਾ ਦੇ ਕੇ ਚੋਣ ਲੜੀ ਸੀ ਉਤੋਂ ਕਿ ਮੇਰਾ ਅਸਤੀਫਾ MLA ਤੋਂ ਲੈ ਲਓ ਤੇ ਵੀ ਲੈ ਲਓ, ਮੈਂ ਚੋਣ ਲੈਣੀ SGPC ਦੀ ਜੀ। ਗਾਂ ਗੱਲ ਸੁਣੋ ਜੀ, ਹੋਰ ਇੰਟਰਸਟਿੰਗ ਗੱਲ ਆ। ਇੰਟਰਸਟਿੰਗ ਗੱਲ ਆ ਕਿ ਉਸ ਤੋਂ ਪਹਿਲਾਂ ਥੋੜਾ ਸਮਾਂ ਪਹਿਲਾਂ ਜਿਹੜੇ ਹੈਗੇ ਸੀ ਸਾਡੇ ਆਪਣੇ ਦਮਨਦੀਪ ਟਕਸਾਲ ਦੋਸਤਾਂ ਦੇ ਮੁਖੀ ਸੀ ਗਿਆਨੀ ਕਰਤਾਰ ਸਿੰਘ ਹੋਰੀ ਜੀ, ਉਹਨਾਂ ਦੀ ਇੱਕ ਸੜਕ ਹਾਦਸੇ ਡੈਥ ਹੋ ਗਈ ਸੀ। ਉਹਨਾਂ ਦੇ ਦੁਸਹਿਰੇ ਦੇ ਉੱਤੇ ਜਾ ਕੇ ਕਾਲੀਆਂ ਨੇ ਬੜਾ ਉੱਚੀ ਚੀਜ਼ ਸੋਚ ਕਿਹਾ, ਇਹ ਪਰਿਵਾਰ ਦੀ ਬੜੀ ਕੁਰਬਾਨੀ ਹੈ, ਟਕਸਾਲ ਦੀ ਬੜੀ ਕੁਰਬਾਨੀ ਹੈ, ਟਕਸਾਲ ਸਾਨੂੰ ਕਹਿ ਕਾਨੂੰ ਅਸੀਂ ਸ਼ਹੀਦੀਆਂ ਪਾ ਦਿਆਂਗੇ, ਇਹਨਾਂ ਵਾਸਤੇ ਕੁਰਬਾਨੀਆਂ ਕਰ ਦਿਆਂਗੇ ਜੀ। ਲੇਕਿਨ ਅਫਸੋਸ ਜਦੋਂ SGPC ਦੀ ਚੋਣ ਆਈ, ਸੰਤ ਭਿੰਡਰਾਂਵਾਲੇ ਦੇ ਬੰਦੇ ਖਲੋਤੇ ਇੱਥੇ, ਭਾਈ ਮਰੀਕ ਸਿੰਘ ਜਿਹੜੇ ਉਹਨਾਂ ਦੇ ਸ਼ਹਿਜ਼ਾਦੇ ਸੀ, ਗਿਆਨੀ ਕਰਤਾਰ ਸਿੰਘ ਦੇ ਚੋਣ ਲੜੀ ਉਹਨਾਂ ਹੱਥੋਂ, ਉਹਦੇ ਮੁਕਾਬਲੇ 'ਚ ਲੜੀ ਸੀ ਗਿਆਨੀ ਜੀਵਨ ਸਿੰਘ ਉਮਰਾ ਨੰਗਲ ਨੇ ਤੇ ਉਹਨੂੰ ਹਰਾਇਆ ਸੀ ਜੀ।
ਇਹ ਸਾਡੀ ਸਿਆਸਤ ਆ। ਇਸ ਕਰਕੇ ਸਿਆਲਕਾ ਸਾਹਿਬ ਨੂੰ ਇਹ ਵੀ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਸੀ ਵੀ ਜਿਹੜੇ ਤੁਸੀਂ ਮਤੇ ਪਹਿਲਾਂ ਪਾਸ ਕੀਤੇ ਆ, ਜਿਹੜੇ ਨਿਯਮ ਤੁਸੀਂ ਬਣਾਇਆ ਵੀ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਸਰੂਪਾ ਨਹੀਂ ਦਿੱਤਾ ਜਾਊਗਾ, ਤੇ ਫਿਰ ਜਦੋਂ ਤੁਹਾਡੇ ਬਾਦਲ ਸਾਹਿਬ ਆਉਂਦੇ ਆ, ਬੀਬੀ ਹਰਸਿਮਰਤ ਕੌਰ ਬਾਦਲ ਆਉਂਦੀ ਆ, ਜੋ ਹੋਰ ਕੋਈ ਅਜੇ ਲੀਡਰ ਆਉਂਦੇ ਆ ਜੀ, ਉਹਨਾਂ ਨੂੰ ਸਰੂਪੇ ਉਹਦੀ ਉਲੰਘਣਾ ਕਰਕੇ ਕਿਉਂ ਦਿੱਤੇ ਜਾਂਦੇ ਆ? ਇਹ ਵੀ ਗੱਲ ਸਹੀ ਹੈ ਵੀ ਜੇ ਕਾਨੂੰਨ ਜੇ ਨਿਯਮ ਤੁਸੀਂ ਕੱਲ ਨੂੰ ਬਣਾਉਂਦੇ ਉਲੰਘਣਾ ਕਰੀ, ਬਣਾਉਣ ਦਾ ਕੀ ਫਾਇਦਾ ਉਹਦਾ? ਇਸ ਕਰਕੇ ਜਿਹੜਾ ਉਮਰਾ ਨੰਗਲ ਸੀ ਉਹਦੇ ਦਾ ਧੱਬਾ ਬੜਾ ਤਕੜਾ ਸੀ, ਬੱਚਾ ਜਾਣਦਾ ਸੀ ਜਿਹੜਾ ਉਹਦੇ ਜੋ ਕੁਛ ਕੀਤਾ ਵਾ, ਉਹ ਮੈਨੇਜਰਾਂ ਨੂੰ ਪਤਾ ਸੀ, ਲੇਕਿਨ ਮੈਨੇਜਰਾਂ ਦੇ ਪਿੱਛੇ ਡੰਡਾ ਸੀਗਾ ਕਿ ਤੁਸੀਂ ਸਨਮਾਨਿਤ ਕਰਦੇ ਕਿ ਨਹੀਂ ਕਰਦੇ ਇਹਨਾਂ ਨੂੰ। ਹਾਂਜੀ, ਜਿਹਦੇ ਕਰਕੇ ਮਜਬੂਰ ਹੋ ਕੇ ਉਹਨੇ ਗਾਜ ਜਿਹੜੀ ਵਿਚਾਰੇ ਮੁਲਾਜ਼ਮਾਂ ਦੀ ਡਿੱਗਦੀ ਹੈ, ਗਲਤੀ ਕਿਸੇ ਹੋਰ ਦੀ, ਕਰਾਉਣ ਵਾਲਾ ਕੋਈ ਹੋਰ ਗਿਆ ਤੇ ਗਾਜ ਵਿਚਾਰੇ ਮੁਲਾਜ਼ਮਾਂ ਦੀ ਡਿੱਗਦੀ ਹੈ। ਦੱਸੋ ਪੱਟੀ ਸਾਹਿਬ, ਉਧਰ ਹਰਿਆਣਾ ਸਰਕਾਰ ਕੋਈ ਨਾ ਕੋਈ ਬਹਾਨਾ ਲਾ ਕੇ ਆ ਸਰਸੇ ਵਾਲੇ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਕਹਿੰਦੇ ਨਾ ਆਪਾਂ ਦੋਵੇਂ ਰੁੱਸ ਗਏ ਤਾਂ ਮਨਾਊ ਕੌਣ ਵੇ। ਹੁਣ ਉਹ ਮੰਨਤ ਮਨਾਉਣ ਦੀ ਗੱਲ ਜੀ ਛਿੜਦੀ ਹੈ। ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਮੈਂ ਵਾਹੀ ਕਰਾਉਣੀ ਹੈ, ਉਦੋਂ ਨਹੀਂ ਦਾ ਲੱਗਿਆ ਪੈਰੋਲ ਦਾ। ਹੁਣ ਕਹਿੰਦਾ ਕਰੋਨੇ ਦੇ ਵਿੱਚ ਹੀ ਦਾ ਲਾ ਕੇ ਦੇਖ ਲਈਏ। ਚੂੰਡੀਆਂ ਜਿਹੀਆਂ ਵੱਢ ਕੇ ਦੇਖੀ ਜਾਂਦੀਆਂ। ਹਰਪ੍ਰੀਤ ਸਿੰਘ ਨੇ ਜਿਹੜਾ ਵਿਰੋਧ ਕੀਤਾ, ਜੋ ਮੈਨੂੰ ਖਬਰਾਂ ਆ ਰਹੀਆਂ, ਤਾਂ ਹਰਿਆਣਾ ਸਰਕਾਰ ਜਿਹੜੀ ਹੈ ਪੈਰੋਲ ਦੀ ਅਰਜ਼ੀ ਫਿਰ ਉਹਨਾਂ ਨੇ ਵੀ ਟੀਕਾ ਲਾ ਕੇ ਦੇਖਿਆ ਕੋਈ ਬੋਲਦਾ ਕਿ ਨਹੀਂ ਬੋਲਦਾ, ਉਹ ਰੱਦ ਕਰਤੀ। ਜਿੱਥੋਂ ਤੱਕ ਤੁਹਾਡੀ ਉਹ ਅਰਜ਼ੀ ਦੀ ਗੱਲ ਕਰਦੇ ਹੋ, ਹਰਿਆਣਾ ਸਰਕਾਰ ਨੇ ਰੱਦ ਕਰ ਦਿੱਤੀ ਉਹਦੀ। ਜਿੰਨਾ ਚਿਰ ਉਹਦੇ ਸਾਰੇ ਕੇਸ ਖਤਮ ਨਹੀਂ ਹੋ ਜਾਂਦੇ ਉਹਨਾਂ ਚਿਰ ਨੂੰ ਪੈਰੋਲ ਮਿਲਣੀ ਸੰਭਵ ਨਹੀਂ ਜੀ। ਤੁਹਾਨੂੰ ਪਤਾ ਕੁਝ ਕੇਸ ਵਿਚਾਰ ਦੀ ਜੇ ਪਏ, ਦੋ ਕੇਸਾਂ ਸਜ਼ਾ ਨੂੰ ਹੋਈ, ਬਾਕੀ ਕੇਸ 2 ਨੇ ਵਿਚਾਰ ਦੀ ਪਏ ਜੀ। ਜਿੰਨਾ ਚਿਰ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਨੂੰ ਪੈਰੋਲ ਨਹੀਂ ਮਿਲ ਸਕਦੀ, ਨਾ ਦੇਣੀ ਉਹਨਾਂ ਨੇ ਜੀ। ਹਰਿਆਣਾ ਸਰਕਾਰ ਨੂੰ ਇਸ ਗੱਲ ਦਾ ਪਤਾ ਵੀ ਜਦੋਂ ਅੱਗੇ ਫੜ ਕੇ ਲਿਆਂਦਾ ਸੀ 40 ਬੰਦੇ ਮਰ ਗਏ ਸੀ, ਪੈਰੋਲ ਦੇ ਕੇ ਮੁੜ ਕੇ ਫੜਨਾ ਕਿੱਥੋਂ ਇਹਨੂੰ ਅਸੀਂ? ਫਿਰ ਤੇ ਆਰਮੀ ਬਣਾਉਣੀ ਪਊ ਫੜਨ ਵਾਸਤੇ ਸਾਨੂੰ, ਤੇ ਫਿਰ ਕਿੰਨੇ ਬੰਦੇ ਮਰਨਗੇ ਜੀ? ਕਿ ਸਾਡੇ ਜੀ ਬੜੇ ਪਾਗਲ ਹੈਗੇ ਨਾ ਕਿ ਬਾਬਾ ਜੀ ਆਏ ਤੇ ਬਾਬਾ ਜੀ ਨਾ ਕਰਤੇ, ਬਾਬਾ ਜੀ ਨੇ ਉਹ ਕਰਦਾ ਸੀ, ਅਸੀਂ ਜੋ ਮਰਜ਼ੀ ਉਹਦੇ ਕੁਰਬਾਨੀਆਂ ਦੇ ਦਿਆਂਗੇ, ਅਸੀਂ ਸ਼ਹੀਦੀਆਂ ਦੇ ਦਿਆਂਗੇ ਉੱਥੇ ਜੀ। 1960 ਦੀ ਗੱਲ ਹੈ ਜੀ, ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਇੱਕ ਲੇਡੀ ਸੀ ਦਿੱਲੀ ਦੀ ਜੀ। ਉਹਨੇ ਮੋਰਚੇ ਦੀ ਜਦੋਂ ਦਿੱਤੀ ਗ੍ਰਿਫਤਾਰੀ, ਤੇ ਉਹਦੇ ਕੋਲ ਜਿਹੜਾ ਬੱਚਾ ਦੁੱਧ ਚੁੰਗਦਾ ਸੀ, ਮੇਰੇ ਕੋਲ ਸ਼ਾਬੂ 2-4 ਮਹੀਨੇ 6 ਮਹੀਨੇ ਦਾ, ਉਹ ਜਦੋਂ ਗਈ ਜੇਲ੍ਹ 'ਚ ਗਈ ਤੇ ਜੇਲ੍ਹ 'ਚੋਂ ਵਾਪਸ ਆਈ ਤੇ ਉਹਨੂੰ ਪੁੱਛਿਆ ਗਿਆ ਵੀ ਬੀਬੀ ਵੇ ਤੂੰ ਨਾ ਤੈਨੂੰ ਕੋਈ ਫਾਇਦਾ ਪੰਜਾਬੀ ਸੂਬੇ ਦਾ, ਨਾ ਕੋਈ ਗੱਲ ਨਾ ਕੋਈ ਬਾਤ ਜੀ, ਤੂੰ ਜੇ ਗੱਲ ਹੀ ਕੱਟ ਕੇ ਆਈ ਬੱਚੇ ਨੂੰ ਛੋੜੇ ਨਾਲ ਲੈ ਕੇ। ਤੂੰ ਕਹਿੰਦੀ ਨਹੀਂ, ਮੇਰੇ ਗੁਰੂ ਦਾ ਹੁਕਮ ਸੀਗਾ ਇਹ ਜਿਹੜੀ ਗ੍ਰਿਫਤਾਰੀ ਦੇਣੀ, ਮੈਂ ਤੇ ਗੁਰੂ ਨੂੰ ਮੁੱਖ ਸਮਝ ਕੇ ਦਿੱਤੀ ਹੈ ਜੀ। ਇਹ ਹੁੰਦੀ ਹੈ ਜਿਹੜੀ ਆਪਣੀ ਨਹੀਂ ਤੁਹਾਡੀ ਸ਼ਰਧਾ, ਉਹ ਜਿਆਦਾ ਜਿਹੜੀ ਸਾਡੇ ਕੰਮ ਕਰਦੀ, ਤੇ ਹੁਣ ਜਿਹੜੇ ਉਹਦੇ ਸ਼ਰਧਾਵਾਨ ਹੈਗੇ ਉਹਨਾਂ ਤੇ ਉਹਦੇ ਵਾਸਤੇ ਕੁਰਬਾਨੀਆਂ ਕਰਨੀਆਂ ਬਿਲਕੁਲ ਕਰਨੀਆਂ ਜੀ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਵੀ ਹਰਿਆਣਾ ਸਰਕਾਰ ਨੂੰ ਪਤਾ, ਭਾਵੇਂ ਹਰਿਆਣਾ ਸਰਕਾਰ ਦੇ ਵਿੱਚ ਲੋਕ ਮੰਤਰੀ ਉਹਦੀ ਸਪੋਰਟ ਕਰ ਰਹੇ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਹਰਿਆਣਾ ਸਰਕਾਰ ਨੂੰ ਪਤਾ ਤੇ ਕੇਂਦਰ ਸਰਕਾਰ ਨੂੰ ਪਤਾ ਵੀ ਜੇ ਇਹਨੂੰ ਇੱਕ ਵਾਰੀ ਰਿਹਾ ਕਰਦਾ ਮੁੜ ਕੇ ਫੜੂ ਕੌਣ ਜੀ। ਇਸ ਕਰਕੇ ਉਹਨੂੰ ਪੈਰੋਲ ਮਿਲਣ ਦੀ ਕੋਈ ਸੰਭਾਵਨਾ ਨਹੀਂ। ਜਥੇਦਾਰ ਅਕਾਲ ਤਖਤ ਨੇ ਕਿਹਾ ਕਿ ਮੈਨੂੰ ਗੁਪਤ ਸੂਚਨਾ ਮਿਲੀ ਹੈ ਜੀ। ਉਹਨੇ ਇਹ ਨਹੀਂ ਕਿਹਾ ਮੈਨੂੰ ਪਤਾ ਲੱਗਾ, ਉਹਨੂੰ ਗੁਪਤ ਸੂਚਨਾ ਮਿਲੀ ਮੈਨੂੰ। ਜੇ ਉਹ ਵਿਰੋਧ ਕੀਤਾ ਤਾਂ ਵੀ ਠੀਕ, ਜੇ ਉਹ ਨਾ ਕਰਦੇ ਤੇ ਪੈਰੋਲ ਉਹਨੂੰ ਮਿਲਣੀ ਸੀ। ਬਾਬੇ ਦਾਦੂਵਾਲ ਨੇ ਦੀ ਗੱਲ ਕੀ ਸੀ ਕਿਸੇ ਚੈਨਲ ਤੇ ਗੱਲ ਕਰਦਿਆਂ ਵੀ ਇਹ ਹਰਪ੍ਰੀਤ ਦੀ ਜਿਹੜੀ ਇਨਫੋਰਮੇਸ਼ਨ ਗਲਤ ਆ, ਉਹਨੇ ਕੋਈ ਅਦਾਲਤ ਦੀ ਐਪਲੀਕੇਸ਼ਨ ਨਹੀਂ ਦਿੱਤੀ ਜੀ, ਤੇ ਵਾਕਿਆ ਉਹਨੇ ਸਰਕਾਰ ਨੂੰ ਦਿੱਤੀ ਹੈ। ਤੇ ਇੱਥੇ ਹਰਪ੍ਰੀਤ ਹੋਰਾਂ ਦੀ ਜਿਹੜੀ ਸੀ ਗਿਆਨੀ ਜੀ ਦੀ ਜਿਹੜੀ ਸੀ ਉਹ ਠੀਕ ਸੀ, ਮੈਂ ਸੋਚਦਾ ਪਹੁੰਚ ਠੀਕ ਸੀ ਉਹਨਾਂ ਦੀ, ਉਹਨੇ ਬੋਲੇ ਚੰਗੀ ਗੱਲ ਆ ਜੀ ਵੀ ਜੇ ਉਹਨੂੰ ਮਿਲ ਜਾਂਦੀ ਪੈਰੋਲ ਤੇ ਫਿਰ ਇੱਕ ਵਾਰੀ ਫਿਰ ਸਾਡੇ ਸਮਾਜ ਦੇ ਵਿੱਚ ਜਿਹੜਾ ਸੀ ਉਹ ਨਿਰਾਸ਼ਾ ਪੈਦਾ ਹੋਣੀ ਸੀਗੀ। ਲੇਕਿਨ ਉਹਦੇ ਲਈ ਸ਼ਰਧਾਵਾਨ ਸਿੱਖ ਆ ਨਾ, ਉਹਨਾਂ ਦੇ ਕਹਿਣਾ ਸੀ ਨਹੀਂ ਜੀ ਵੇਖੋ ਬਾਬਾ ਜੀ ਤਾਂ ਮਹਾਨ, ਇਹਨਾਂ ਦੇ ਇਹਦੇ ਕਰਤੱਵ ਏਦਾਂ ਦੇ ਕਰਦੇ ਵੀ ਇਹਨਾਂ ਦੀ ਕੋਈ ਸ਼ਰਧਾਵਾਨ ਪ੍ਰੇਮੀ ਤੇ ਸਿੱਖ ਵਰਡ ਯੂਜ਼ ਕਰ। ਚਲੋ ਪ੍ਰੇਮੀ ਗੱਲ, ਪ੍ਰੇਮੀ ਮਤਲਬ ਬੰਦਾ ਸਿੱਖ ਵੀ ਹੈਗੇ ਜਿਹੜੇ ਪ੍ਰੇਮੀ ਬਣੇ ਫਿਰਦੇ ਆ, ਤੁਹਾਨੂੰ ਪਤਾ ਹੋਏਗਾ ਨਹੀਂ ਦੱਸ ਦਿਓ ਜੀ। ਪਰ ਉਹ ਸਿੱਖ ਨਹੀਂ ਨਾ, ਉਹ ਆਪਣੇ ਆਪ ਨੂੰ ਸਿੱਖ ਨਹੀਂ ਨਾ ਕਹਾਉਂਦੇ। ਹੁਣ ਦੱਸੋ ਜੀ ਪ੍ਰੇਮੀ ਨੂੰ ਗੱਲ ਸੁਣ ਲਓ, ਕਹਿ ਸਕਦੇ ਹਾਂ ਜੀ। ਤੁਹਾਡੇ ਪੰਜਾਬ ਦੇ ਵਿੱਚ ਇਹਨਾਂ ਦਾ ਇੱਕ ਫਾਰਮ ਹੈਗਾ ਮੇਰੇ ਖਿਆਲ ਸੰਗਰੂਰ 'ਚ। ਅੱਛਾ ਜੀ। ਉੱਥੇ ਆਲੂ ਬੀਜੇ ਸੀ ਤੇ ਆਲੂ ਜਦੋਂ ਟਰੱਕ ਭਰ ਕੇ ਇਹਨਾਂ ਭੇਜਿਆ ਮੰਡੀ ਦੇ ਵਿੱਚ, ਤੇ ਉੱਥੇ ਖਰੀਦੇ ਕੋਈ ਨਾ। ਅੱਛਾ ਜੀ। ਜੇ ਖਰੀਦੇ ਤੇ ਬੜਾ ਸਸਤਾ ਖਰੀਦੇ, ਤੇ ਜਿਹੜਾ ਭੰਗੀ ਹੁੰਦਾ, ਭੰਗੀ ਨੇ ਕਹਿੰਦੇ ਨਾ ਮੁਖੀ ਭੰਗੀ ਕੀ ਰਿਹਾ। ਹਾਂਜੀ ਹਾਂਜੀ।
ਉਹਨੇ ਭੰਗੀ ਨੂੰ ਫੋਨ ਕੀਤਾ, ਮਹਾਰਾਜ ਜੀ ਇੱਥੇ ਤੇ ਪਲਾਲੂ ਲੈਂਦਾ ਕੋਈ ਤੇ ਲੈਂਦੇ ਬੜੇ ਸਸਤੇ ਹੈਗੇ, ਵਾਪਸ ਲਿਆ ਟਰੱਕ। ਵਾਪਸ ਲਿਆ ਕਹਿੰਦਾ 4 ਕਿਲੋ ਤੋਂ ਲਫਾ ਫੜੀ ਨਹੀਂ ਜਿਹੜੇ ਪੋਲੀਥੀਨ ਦੇ ਜੀ, ਉਹ ਚ ਉਹਨਾਂ ਨੇ ਪਾਤੇ ਜੀ 3 ਆਲੂ ਪਾਤੇ। ਕਹਿੰਦੇ ਜੀ ਬਾਬਾ ਜੀ ਦਾ ਪ੍ਰਸ਼ਾਦ ਜਿਹੜਾ ਆਲੂ 1 ਰੁਪਏ ਦੇ ਨਹੀਂ ਖਰੀਦਾ ਉਹ 10 ਰੁਪਏ ਦੇ ਵਿੱਚ ਉਹਨਾਂ ਨੇ। ਇਹ ਅਸਲੀ ਸ਼ਰਧਾ ਜੀ 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 ਬਾਬਾ ਜੀ ਦਾ ਪ੍ਰਸ਼ਾਦ ਕਹਿ ਕੇ। ਇਸ ਕਰਕੇ ਜਿਹੜੀ ਆ ਜਿੰਨਾ ਚਿਰ ਕੇਸ ਚੱਲਦੇ, ਮੈਨੂੰ ਨਹੀਂ ਉਮੀਦ ਕਿ ਉਹਨੂੰ ਕੋਈ ਸਰਕਾਰ ਪੈਰੋਲ ਦੇਵੇ ਜਾਂ ਅਦਾਲਤ ਦੇਵੇ। ਜੇ ਸਰਕਾਰ ਦੇਣ ਦੀ ਸਿਫਾਰਿਸ਼ ਵੀ ਕਰ ਦਿੰਦੀ ਤੇ ਉਹ ਕੋਈ ਨਾ ਕੋਈ ਰਿਟ ਪੈ ਜਾਣੀ ਤੇ ਉਹਦੀ ਪੈਰੋਲ ਖਾਰਜ ਹੋ ਜਾਣੀ ਸੀ। ਪਰ ਸਿਆਪਾ ਇਸ ਗੱਲ ਦਾ, ਫੜੂ ਕੌਣ ਮੁੜ ਕੇ ਉਹਨੂੰ? ਫਿਰ ਜੇਲ੍ਹ 'ਚ ਫੜ ਕੇ ਦੇਣ ਲੱਗਿਆ, ਫਿਰ ਜਾਂ ਆਰਮੀ ਬਣਾਉਣੀ ਪਊਗੀ ਤੇ ਜਾਂ ਫਿਰ ਜਿਹੜਾ ਅੱਗੇ ਬੰਦੇ ਮੰਨਗੇ ਉਹ ਸਾਡਾ ਨਹੀਂ ਬਣਿਆ। ਇਸ ਕਰਕੇ ਨਿਲ ਵਜੇ ਵਰਗੇ ਤਾਂ ਅਜੇ ਵੀ ਕਹਿੰਦੇ ਦਿਓ ਜੀ ਪੈਰੋਲ ਨੂੰ, ਕੋਈ ਗੱਲ ਨਹੀਂ, ਬਾਬਾ ਜੀ ਦੇ ਬੜੇ ਮਹਾਨ ਹੈਗੇ ਆ ਜਿਹੜੇ 51 ਲੱਖ ਦਾ ਚੱਕ ਭੇਟ ਕਰਕੇ ਆਏ ਸੀਗੇ ਜੀ। ਲੇਕਿਨ ਜੇ ਫੜਿਆ ਬੀਜੇਪੀ ਨੇ ਤੇ ਬੀਜੇਪੀ ਪੈਰੋਲ ਕਿਉਂ ਦੇਊਗੀ? ਨਹੀਂ ਸਹੀ ਜੀ, ਬਿਲਕੁਲ। ਲਾਲ ਮੁਹੰਮਦ ਜੀ ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ, ਜਨਵਲ ਸਾਹਿਬ, ਤੁਹਾਨੂੰ ਦੋਨੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਗੱਲ ਚੱਲ ਰਹੀ ਸੀ ਸਰੋਪੇ ਦੀ ਜੀ। ਮੈਂ ਨਾ ਅੱਜ ਤੋਂ 2-3 ਮਹੀਨੇ ਪਹਿਲਾਂ ਇੱਕ ਵੀਡੀਓ ਦੇਖੀ, ਜੇ ਮਿਲ ਗਈ ਤਾਂ ਮੈਂ ਕੱਲ ਤੁਹਾਨੂੰ ਭੇਜ ਵੀ ਦੇਵਾਂਗਾ ਧੰਨਵਾਦ ਸਾਹਿਬ। ਉਹ ਚ ਇੱਕ ਸਿੱਖ ਪ੍ਰੀਚਰ ਨੇ ਦੱਸਿਆ ਸੀ ਵੀ ਸਰੋਪਾ ਸ਼ੁਰੂ ਕਿੱਥੋਂ ਹੋਇਆ। ਅੱਛਾ ਜੀ ਜੀ। ਉਹ ਚ ਉਹਨੇ ਇਹ ਦੱਸਿਆ ਵੀ ਜਿਹੜੇ ਪੀਰ ਬੁੱਧੂ ਸਾਹਿਬ ਸੀਗੇ ਉਹ ਗੁਰੂ ਗੋਬਿੰਦ ਸਿੰਘ ਦੇ ਬੜੇ ਅੱਛੇ ਮਤਲਬ ਅਧਿਆਤਮਕ ਚੇਲੇ ਸੀਗੇ ਜੀ। ਜਦੋਂ ਭਗਾਣੀ ਦਾ ਯੁੱਧ ਹੋਇਆ ਤਾਂ ਉਹਨਾਂ ਦੇ 2 ਵੱਡੇ ਬੇਟੇ ਉਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ। ਤੇ ਉਹ ਗੁਰੂ ਸਾਹਿਬ ਦੇ ਪੇਸ਼ ਹੋਇਆ ਵੀ ਤੇਰੀ ਬਹੁਤ ਵੱਡੀ ਕੁਰਬਾਨੀ ਹੈ, ਵੀ ਤੈਨੂੰ ਕੀ ਇਹਦਾ ਐਵਿਸ ਕੀ ਦਿੱਤਾ ਜਾਵੇ। ਉਹ ਕਹਿੰਦਾ ਵੀ ਮੈਨੂੰ ਤੁਹਾਡੇ ਨਾਲ ਆ, ਇਦੋਂ ਵੱਡਾ ਮੈਨੂੰ ਹੋਰ ਕੀ ਦੇ ਹੋ ਸਕਦਾ ਜੀ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਜਿਹੜੇ ਪਹਿਨਣ ਵਾਲੇ ਕੱਪੜੇ, ਜੁੱਤੀ, ਸਿਰ ਤੇ ਪਹਿਨਣ ਵਾਲੇ ਬੂਟ, ਉਹ ਜੋ ਵੀ ਹੈ ਉਹਨਾਂ ਨੂੰ ਭੇਟ ਕੀਤੇ। ਤੇ ਇਹਦਾ ਮਤਲਬ ਸੀ ਸਿਰੋਂ ਪਾਓ, ਸਿਰ ਤੋਂ ਪਾਉਣ ਲੈ ਕੇ ਪੈਰਾਂ ਤੱਕ ਪਾਉਣ ਵਾਸਤੇ ਜੋ ਚੀਜ਼ ਦਿੱਤੀ ਉਹਨੂੰ ਭੇਟ ਕੀਤੀ ਗਈ ਸੀ। ਸਿਰੋਂ ਪਾ ਮਤਲਬ ਉਹ ਕਹਿ ਰਹੇ ਸੀ ਵੀ ਇੱਥੋਂ ਸ਼ੁਰੂ ਹੋਇਆ ਜੀ। ਸਤਿ ਸ਼੍ਰੀ ਅਕਾਲ ਜੀ, ਬਸ ਇਹ ਐਡ ਕਰਨਾ। ਮਿਹਰਬਾਨੀ ਜੀ। ਇਹਦੇ ਤੇ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਤੇ ਅਸੀਂ ਹੋਰ ਵੀ ਕਰਾਂਗੇ। ਇਹਦੇ ਕਈ ਪਰਿਭਾਸ਼ਾ ਦਿੱਤੀਆਂ ਗਈਆਂ ਸਰੂਪੇ ਦੀਆਂ। ਇਹ ਪਰਿਭਾਸ਼ਾ ਤੁਸੀਂ ਬਿਲਕੁਲ ਦਰੁਸਤ ਦਿੱਤੀ ਹੈ ਤੇ ਇਹ ਸਾਰੇ ਮੰਨਦੇ ਵੀ ਸਰੂਪਾ ਦਾ ਮਤਲਬ ਸਿਰ ਤੋਂ ਲੈ ਕੇ ਪੈਰਾਂ ਤੱਕ। ਔਰ ਦਿੱਤਾ ਉਸ ਵਿੱਚ ਦਿੰਦਾ ਜੀ ਜਿੱਤੀ ਬੜੀ ਵੱਡੀ ਕੋਈ ਕੁਰਬਾਨੀ ਹੁੰਦੀ ਸੀਗੀ ਜੀ ਜੀ, ਬਹੁਤ ਵੱਡਾ। ਹੁਣ ਤਾਂ ਸਰੂਪਾ ਸੀ ਰੋਲ ਕੇ ਰੱਖਦਾ ਫੜ ਕੇ ਇੱਕ। ਬਿਲਕੁਲ ਬਿਲਕੁਲ ਜੀ, ਬਿਲਕੁਲ। ਜਿਹੜਾ ਮਰਜ਼ੀ ਹੈ, ਕੋਈ ਚੋਰ ਹੈ, ਲੁੱਚਾ ਦੇ ਦਿਓ ਸਰੂਪਾ, ਦੇ ਦਿਓ ਸਰੂਪਾ, ਦੇ ਦਿਓ ਸਰੂਪਾ। ਦੇਖੋ ਸ਼੍ਰੋਮਣੀ ਕਮੇਟੀ ਨੇ ਇੱਕ ਪਰੰਪਰਾ ਸ਼ੁਰੂ ਕੀਤੀ ਸੀ ਵੀ ਜਿਹੜਾ ਵਿਅਕਤੀ ਆਉਂਦਾ ਉਹਨੂੰ ਜੇ ਸਰੂਪਾ ਤੁਸੀਂ ਦਿੰਦੇ ਤੁਹਾਨੂੰ ਇੱਕ ਕਿਤਾਬਾਂ ਦਾ ਸੈੱਟ ਦੇ ਦਿਓ, ਜਿਹੜੀ ਸਾਡੀ ਬੇਸਿਕ ਹੈਗੀਆਂ ਛੋਟਾ ਕਿਤਾਬਾਂ ਸੈੱਟ ਦਿਓ, ਜਾ ਕੇ ਪੜ੍ਹ ਲਿਓ ਜੀ। ਆਹ ਫੋਟੋ ਨਾਲ ਸਿਲਸਿਲਾ ਜਿਹੜਾ ਬੰਦ ਹੋਣਾ ਚਾਹੀਦਾ। ਜੇ ਤੁਸੀਂ ਦੇਣਾ ਤੇ ਕਿਤਾਬਾਂ ਦਾ ਸੈੱਟ ਦਿਓ ਵੀ ਜਾ ਕੇ ਪੜ੍ਹੇ ਵੀ ਹਰਿਮੰਦਰ ਸਾਹਿਬ ਕੀ ਆ, ਸਿੱਖਜ਼ਮ ਕੀ ਆ, ਗੁਰਬਾਣੀ ਕੀ, ਪਤਾ ਲੱਗੇ ਇਸ ਗੱਲ ਦਾ। ਤੇ ਇਹ ਸਾਡੇ ਦੇਸ਼ ਦੇ ਫੋਟੋ ਜੀ, ਆ ਫੋਟੋ ਲੈ ਜਾਓ ਤੁਸੀਂ, ਆਹ ਮਾਡਲ ਲੈ ਜਾਓ ਜੀ, ਆਹ ਲੈ ਜਾਓ। ਹਰ ਚੀਜ਼ ਦਾ ਅਸੀਂ ਜਿਹੜਾ ਸਾਡਾ ਸਿੱਖ ਪਰੰਪਰਾਵਾਂ ਨੇ ਉਹਨਾਂ ਦਾ ਅਸੀਂ ਕਿਵੇਂ ਨਾ ਕਿਵੇਂ ਭੋਗ ਪਾ ਰਹੇ। ਹੁਣ ਨਾਨਕਸ਼ਾਹੀ ਕੈਲੰਡਰ ਕੰਨੀ ਵੀ ਭੋਗ ਪਾਉਣ ਕੰਨੀ ਤੁਰ ਪਏ। ਨਾਨਕਸ਼ਾਹੀ ਕੈਲੰਡਰ ਦੇ ਵਿੱਚ ਜਿਹੜੀ ਗੱਲ ਆ ਜੀ, ਜਿਹੜੀ ਸ਼੍ਰੋਮਣੀ ਕਮੇਟੀ ਛਾਪਦੀ ਹੈ ਕੈਲੰਡਰ ਜੀ, ਜੇ ਆਪਾਂ ਥੋੜੇ ਜਿਹੇ ਪਿਛੋਕੜ ਚੱਲ ਜਾਈਏ ਤੇ 2003 ਦੇ ਵਿੱਚ ਬੜੀ ਲੰਮੀ ਚੌੜੀ ਵਿਚਾਰ ਤੋਂ ਬਾਅਦ ਇੱਕ ਕੀਤੀ ਮੈਮਰੀ ਕਮੇਟੀ ਬਣੀ ਸੀ। ਪਾਲ ਸਿੰਘ ਪੁਰੇ ਵਾਲੇ ਕੈਨੇਡਾ ਵਾਲੇ ਜਿਹੜੇ ਸੀ ਉਹਨਾਂ ਨੇ ਇਹ ਕੈਲੰਡਰ ਤਿਆਰ ਕੀਤਾ ਸੀਗਾ ਜੀ। ਤੇ ਕਮੇਟੀ ਜਿਹੜੀ ਸੀ ਵਿਦਵਾਨਾਂ ਦੀ ਬਣੀ, ਉਹਨਾਂ ਕੋਲ ਸੋਧਾਂ ਕੀਤੀਆਂ ਸੀ। ਕੁਝ ਤਿਉਹਾਰ ਜਿਹੜੇ ਸੀ ਉਹ ਕਾਮਨ ਰੱਖੇ ਸੀ ਉਹਨਾਂ ਨੇ। ਜੇ ਉਹ ਕਾਮਨ ਨਾ ਰੱਖਦੇ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਬਰਥਡੇ ਸੀ ਉਹ ਵੀ ਤੁਹਾਡਾ ਆਪਣਾ ਇਹ ਵਰਸਾਖਾ ਆ ਜਾਣਾ ਸੀਗਾ। ਇਸ ਕਰਕੇ ਉਹਨਾਂ ਕਹਿੰਦੇ ਨਹੀਂ, ਇਹ ਜਿਹੜੀ ਪਰੰਪਰਾ ਪਹਿਲਾਂ ਪੜੀਆਂ ਤੁਸੀਂ ਨਾ ਛੱਡੋ ਤੇ ਬਾਕੀ ਜਿਹੜਾ ਕੈਲੰਡਰ ਆ ਉਹਨੂੰ ਚੇਂਜ ਕੀਤਾ ਸੀਗਾ। ਲੇਕਿਨ 2003 ਤੋਂ ਲੈ ਕੇ ਜਦੋਂ ਇਹ ਕੈਲੰਡਰ ਲਾਗੂ ਕਰਨ ਲੱਗੇ ਤੇ ਉਸ ਵੇਲੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਤੀ ਕੋਲੇ RS ਦੇ ਬੰਦੇ ਆਏ ਸੀ ਵੀ ਇਹ ਕੈਲੰਡਰ ਲਾਗੂ ਨਾ ਕਰਿਓ। ਅੱਛਾ ਜੀ, ਵਿਕਰਮੀ ਕੈਲੰਡਰ ਚੱਲ ਰਿਹਾ ਉਹ ਚੱਲਣ ਦਿਓ ਤੁਸੀਂ। ਉਹ ਕਹਿੰਦੇ ਵੀ ਤੁਹਾਨੂੰ ਕੀ ਤਕਲੀਫ ਆ? ਨਹੀਂ, ਬਿਲਕੁਲ ਲਾਗੂ ਕਰਿਓ ਜੀ। ਸਿੱਖ ਜਿਹੜੇ ਆ ਉਹ ਹਿੰਦੂ ਧਰਮ ਦਾ ਹਿੱਸਾ ਨਹੀਂ, ਹਿੰਦੂ ਕੌਮ ਦਾ ਹਿੱਸਾ ਨਹੀਂ। ਉਹਨੇ ਬਿਲਕੁਲ ਨਹੀਂ ਹਿੱਸਾ, ਸਿੱਖ ਵੱਖਰੀ ਕੌਮ ਆ। ਤੇ ਜਿੱਦਣ 16 ਮਾਰਚ 2003 ਨੂੰ ਅਕਾਲ ਤਖਤ ਤੋਂ ਹੋਲੇ ਮਹੱਲੇ ਵਾਲੇ ਦਿਨ ਇਹ ਰਿਲੀਜ਼ ਕੀਤਾ ਗਿਆ ਸੀ ਤੇ ਗਿਆਨੀ ਜੋਗਿੰਦਰ ਸਿੰਘ ਵਿਦਾਤੀ ਨੇ ਬੜੇ ਠੋਕ ਵਜਾ ਕੇ ਕਿਹਾ ਸੀਗਾ ਸਿੱਖ ਇੱਕ ਅੱਡਰੀ ਤੇ ਵੱਖਰੀ ਕੌਮ ਆ ਤੇ ਇਹ ਸਿੱਖਾਂ ਦਾ ਕੈਲੰਡਰ ਆ ਜੀ। 14 ਅਪ੍ਰੈਲ 2003 ਨੂੰ ਇਹ ਕੈਲੰਡਰ ਜਿਹੜਾ ਵਾ ਸੀ ਦਮਦਮਾ ਸਾਹਿਬ ਵਿਸਾਖੀ ਦੇ ਮੌਕੇ ਤੇ ਜਿਹੜਾ ਰਿਲੀਜ਼ ਕੀਤਾ ਗਿਆ ਸੀਗਾ, ਜਿੱਥੇ ਸਾਰੇ ਲੀਡਰ ਬੈਠੇ ਸੀਗੇ, ਜਿੱਥੇ ਸਾਰੇ ਦੇਸਰ ਬੈਠੇ ਸੀ, ਸਾਰੇ ਸੰਪਰਦਾ ਦੇ ਮੁਖੀ ਬੈਠੇ ਸੀਗੇ ਜੀ ਜੀ। ਲੇਕਿਨ ਆਪਾਂ ਬਹੁਤੀ ਕਹਾਣੀ ਨਹੀਂ ਪਾਉਣੀ, ਕਿਉਂ ਲੰਮੀ ਪਈ ਤੇ ਬੜੀ ਦੂਰ ਚੱਲ ਜਾਣੀ। ਆਪਾਂ ਇਹ ਫਿਰ ਜਿਹੜਾ ਬਦਲਿਆ ਗਿਆ ਜੀ 2010 ਦੇ ਵਿੱਚ।
2009 ਦੇ ਵਿੱਚ ਇੱਕ ਕਮੇਟੀ ਬਣਦੀ ਆ 2 ਮੈਂਬਰੀ। ਉਹ ਕਮੇਟੀ ਨੂੰ ਨਾ ਖਗੋਲ ਦੀ ਨੌਲੇਜ ਆ, ਨਾ ਭੂਗੋਲ ਦੀ ਨੌਲੇਜ ਆ, ਨਾ ਤਾਰਾ ਵਿਗਿਆਨ ਦੀ ਨੌਲੇਜ, ਨਾ ਕੈਲੰਡਰ ਦੀ ਨੌਲੇਜ ਆ। ਉਹ ਕਮੇਟੀ ਕਿਹਦੀ ਸੀ? ਉਹ ਹੈਗਾ ਸੀ ਤਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ। ਤੇ ਉਸ ਟਾਈਮ ਤੇ ਜਿਹੜੇ ਸਾਡੇ ਕੁਝ ਫੇਸਬੁੱਕੀ ਫਰੈਂਡ ਸੀ ਉਹਨਾਂ ਧਮੱਕੜ ਕਮੇਟੀ ਨਾਲ ਦਿੱਤਾ ਸੀ ਉਹਨੂੰ ਜੀ। ਅਸੀਂ ਨਹੀਂ ਕਹਿੰਦੇ ਤੇ ਬਾਰੇ, ਅਸੀਂ ਲੋਕਾਂ ਦੀ ਗੱਲ ਕਰਦੇ, ਸਾਡਾ ਤਾਂ ਇਹ ਸਤਿਕਾਰਯੋਗ ਸਾਡੇ ਵੀ। ਉਹਦੇ ਵਿੱਚ ਮੁੜ ਕੇ ਕੈਲੰਡਰ ਤਿਆਰ ਕੀਤਾ ਗਿਆ। 10 ਕੈਲੰਡਰ ਜਿਹੜਾ ਸੀ ਕੱਲੇ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਆਪਣੇ ਘਰੋਂ ਰਿਲੀਜ਼ ਕਰਤਾ ਵੀ ਪੰਥ ਦਾ ਕੈਲੰਡਰ ਇਹ ਜੀ। ਆਪਾਂ ਬਹੁਤ ਹੀ ਡਿਟੇਲ ਨਾਲ ਜੀ ਕੀ ਹੈ ਕੀ ਨਹੀਂ। ਹੁਣ ਇਹ ਕੈਲੰਡਰ ਦਾ ਸ਼੍ਰੋਮਣੀ ਕਮੇਟੀ ਦੇ ਛਾਪਿਆ, ਉਹ ਅਜੇ ਤੱਕ ਰਿਲੀਜ਼ ਨਹੀਂ ਹੋਇਆ ਜੀ। ਇਹਨਾਂ ਦਾ ਇਹ ਸੀ ਵੀ ਚਲੋ ਅਸੀਂ ਕਿਸੇ ਤਿਉਹਾਰ ਤੇ ਰਿਲੀਜ਼ ਕਰਾਂਗੇ ਜਾਂ ਆਪਣੇ ਜਰਨਲ ਹਾਊਸ ਰਿਲੀਜ਼ ਕਰਾਂਗੇ, ਲੇਕਿਨ ਨਾ ਉਹ ਜਰਨਲ ਹਾਊਸ ਹੋਇਆ ਤੇ ਨਾ ਕੋਈ ਤਿਉਹਾਰ ਹੋਇਆ, ਨਾ ਵਿਸਾਖੀ ਵੀ ਲੰਘੀ, ਸਾਰੇ ਤਿਉਹਾਰ ਲੰਘੇ ਤੇ ਰਿਲੀਜ਼ ਨਹੀਂ ਹੋਇਆ। ਲੇਕਿਨ ਜਿਹੜੇ ਦੂਸਰੇ ਗਰੁੱਪ ਜਿਹੜੇ ਮੂਲ ਨਾਮ ਸਿੰਘ ਕੈਲੰਡਰ ਦੀ ਗੱਲ ਕਰਦੇ ਸੀ, ਦਲ ਖਾਲਸਾ ਜਾਂ ਪਾਕਿਸਤਾਨ ਕਮੇਟੀ, ਉਹਨਾਂ ਨੇ ਉਦੋਂ ਪਹਿਲਾਂ ਰਿਲੀਜ਼ ਕਰਤਾ ਸੀ ਜੀ। ਉਹਨਾਂ ਦੇ ਕੈਲੰਡਰ ਜਿਹੜਾ ਸੀ ਮੂਲ ਨਾਮ ਸਿੰਘ ਕੈਲੰਡਰ ਉਹ ਸੰਗਤਾਂ ਕੋਲ ਪੁੱਜ ਗਿਆ, ਲੇਕਿਨ ਐਸਜੀਪੀਸੀ ਦਾ ਕੈਲੰਡਰ ਅੱਜ ਵੀ ਇਹਨਾਂ ਕੋਲ ਜਿਹੜੇ ਬੰਡਲ ਬਣ ਕੇ ਪਿਆ ਵਾ ਉਹ ਨਹੀਂ ਨਿਕਲਿਆ। ਇਸ ਕਰਕੇ ਇਹ ਕਹਿੰਦੇ ਚੰਗੀ ਗੱਲ ਸਵਾਲ ਛੱਡੋ ਜੀ, ਮੂਲ ਨਾਨਕ ਸਿੰਘ ਕੈਲੰਡਰ ਨੂੰ ਜੇ ਪ੍ਰਨਾਲ ਹੋ ਗਏ ਤੇ ਘੱਟੋ ਘੱਟ 3000 ਸਾਲ ਤੱਕ ਤੁਹਾਡੇ ਤਿਉਹਾਰਾਂ 'ਚ ਕੋਈ ਤਬਦੀਲੀ ਨਹੀਂ ਹੋਏਗੀ ਜੀ ਜੀ। ਚਲੋ ਚੰਗੀ ਗੱਲ ਹੈ ਜੀ। ਜੇ ਕਿਤੇ ਕੋਈ ਗੱਲ ਭੱਟੀ ਸਾਹਿਬ, ਪਰ ਉਧਰ ਇੱਕ ਹੋਰ ਬੜੀ ਸਖਤ ਖਬਰ ਆ ਰਹੀ ਹੈ, ਕਹਿੰਦੇ ਕੋਈ ਪੰਜਾਬ ਦੇ 500 ਤੋਂ ਵੱਧ ਪਿੰਡਾਂ ਨੂੰ ਸੀਲ ਕਰਨ ਦੀ ਵਿਉਂਤਬੰਦੀ ਹੋ ਰਹੀ ਹੈ। ਕਿੰਨੇ ਦਿਨਾਂ ਲਈ ਹੋਏਗੀ? ਜੋ ਵੇਖੋ ਜੀ 643 ਪਿੰਡਾਂ ਦੀ ਗੱਲ, ਜਿਨ੍ਹਾਂ ਪਿੰਡਾਂ 'ਚ ਕਰੋਨਾ ਦੇ ਮਰੀਜ਼ ਜਿਹੜੇ ਨਿਕਲੇ ਸੀ ਉਹਨਾਂ ਪਿੰਡਾਂ ਨੂੰ ਸੀਲ ਕਰਨ ਦਾ ਇਰਾਦਾ ਉਹਨਾਂ ਦਾ ਵੀ ਅਗਲੇ 14 ਦਿਨ ਤੱਕ ਉੱਥੇ ਕਿਸੇ ਕਿਸਮ ਦੀ ਕੋਈ ਹਰਕਤ ਨਾ ਇਹੋ ਜਿਹੀ ਹੋਵੇ ਹੋਰ ਜੀ। ਇਸ ਕਰਕੇ ਉਹ ਸਾਡੇ ਹੱਕ 'ਚ ਆ। ਇਹ ਤੇ ਲੋਕਾਂ ਨੂੰ ਸਗੋਂ ਆਪ ਨਾ ਲੈਣਾ ਚਾਹੀਦਾ। ਮੈਂ ਸੋਚਦਾ ਵੀ ਨਵਾਂ ਸ਼ਹਿਰ ਵੇਲੇ ਦੇ ਜਿਹੜੇ ਲੋਕ ਨੇ ਵਧਾਈ ਦੇ ਪਾਤਰ ਨੇ, ਐਡਾ ਵੱਡਾ ਉੱਥੋਂ ਕਾਂਡ ਸ਼ੁਰੂ ਹੋ ਕੇ ਅੱਜ ਉਹ ਜਿਹੜੇ ਗ੍ਰੀਨ ਜ਼ੋਨ 'ਚ ਆ ਚੁੱਕੇ ਨੇ ਜੀ। ਉੱਥੇ ਕੇਸ ਹੀ ਕੋਈ ਨਹੀਂ ਰਹਿ ਗਿਆ, ਸਾਰੇ ਲੋਕੀ ਘਰਾਂ ਚਲੇ ਗਏ ਜਿਹੜੇ ਕਰੋਨਾ ਪੀੜਤ ਸੀਗੇ। ਇਸ ਕਰਕੇ ਜਿੱਥੇ ਇੰਨਾ ਚਿਰ ਅਸੀਂ ਸੰਤਾਪ ਵਧਾਇਆ ਵਾ, ਜੇ ਹੋਰ 14 ਦਿਨ ਡਾਲਾਂਗੇ ਕੋਈ ਫਰਕ ਨਹੀਂ ਪੈਣ ਲੱਗਾ। ਲੇਕਿਨ ਇਸ ਬਿਮਾਰੀ ਦਾ ਇਲਾਜ ਇੱਕੋ ਹੀ ਆ, ਜਿਹੜੀ ਆਪਣੀ ਇਕਾਂਤਵਾਸ ਜੀ। ਜਿੰਨਾ ਬਚਾ ਕਰ ਲੋਗੇ ਚੰਗੇ ਰਹੋਗੇ। ਤੁਸੀਂ ਵੇਖੋ WHO ਨੇ ਵੀ ਕਿਹਾ ਕਿ ਜੇ ਕਿਤੇ ਲੋਕਡਾਊਨ ਸਹੀ ਤਰੀਕੇ ਨਾਲ ਇਹਨਾਂ ਨਾ ਖੋਲੇ, ਇੱਕਦਮ ਖੋਲ ਦਿੱਤੇ ਤੇ ਨਵੰਬਰ ਤੱਕ ਇਹ ਜਿਹੜੀ ਬਿਮਾਰੀ ਆ ਉਹ ਪੂਰੇ ਹਿੰਦੁਸਤਾਨ 'ਚ ਫੈਲ ਜਾਏਗੀ ਜੀ। ਇਸ ਕਰਕੇ ਤੇ ਬਚਾਅ ਵਾ। ਜਿਹੜੀ ਕੁਆਰੰਟਾਈਨ ਨਾਲ ਕਹਿੰਦੇ ਉਹ ਕਰੋ, ਇਕਾਂਤਵਾਸ ਜਾਓ, ਸਮਾਜਿਕ ਦੂਰੀ ਬਣਾ ਕੇ ਰੱਖੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਜੋ ਹਦਾਇਤਾਂ ਹੈਗੀਆਂ ਨੇ ਡਾਕਟਰਾਂ ਦੀਆਂ, ਜੋ WHO ਦੀਆਂ, ਉਹਨਾਂ ਦਾ ਪਾਲਣ ਕੀਤਾ ਜਾਵੇ ਤੇ ਬਚਾਅ ਹੋ ਜਾਏਗਾ। ਤੇ ਅੱਜ ਦੀ ਡੇਟ ਦੇ ਵਿੱਚ ਮੈਂ ਸੋਚਦਾ ਅਜੇ ਵੀ ਇੰਡੀਆ ਬਾਕੀ ਦੇਸ਼ਾਂ ਨੂੰ ਬਚਿਆ ਵਾ। ਜਾਂ ਤੇ ਇਹਨਾਂ ਕੋਈ ਪੂਰੀ ਤਰੀਕੇ ਨਾਲ ਜਿਹੜਾ ਵਾ ਅਜੇ ਤੱਕ ਇਹਨਾਂ ਟੈਸਟ ਨਹੀਂ ਕੀਤੇ। तो टेस्ट भी मेरे ख्याल में 400 के करीब लख के मगर तो जी WHO कहती जे 15,000 लख मगर टेस्ट तुसी करो तो फिर जाके तुहाडा पता लगता भी एवरेज तुहाडे इत्थे किन्ने मरीज है जी। उस तक पुजे नहीं असी ये जो आप कल भी गल की सी 3000 किस्म का कोरोना है वा जी। कई कोरोने तो इहो जे है तुहाडे शरीर चो तुहानूं पता ही नहीं लगता कोरोना है जी। वो पता ही जो पता लगता उन 4-5 जने होर नाल लै बैठे जी ਉਹ ਤੁਹਾਡੇ ਨਾਲ ਪੀੜਤ ਹੋ ਜਾਂਦੇ ਆ। ਇਸ ਕਰਕੇ ਬਿਮਾਰੀ ਇਹੋ ਜਿਹੀ ਆ ਜਿਹਦਾ ਪਤਾ ਨਹੀਂ ਲੱਗਦਾ ਤੇ ਇਹਦਾ ਇੱਕੋ ਹੀ ਸਿਸਟਮ ਆ ਵੀ ਆਪਣਾ ਇਮਿਊਨਿਟੀ ਸਿਸਟਮ ਦਾ ਤਕੜਾ ਰੱਖੋ। ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਮੈਂ ਜਾਂ ਜੱਟ ਰਹੂਗਾ ਤੇ ਜਾਂ ਕਰੋਨਾ ਰਹੂਗਾ। ਜਾਂ ਤੁਹਾਡਾ ਫਿਰੋਜ਼ਪੁਰ ਵਾਲਾ ਮੁੰਡਾ ਹੈਗਾ ਪਲੇਅਰ ਹਾਂਜੀ ਉਹ ਡੰਡ ਬੈਠਕਾ ਮਾਰਨ ਡਿਆ ਤੇ ਡਾਕਟਰ ਕਹਿੰਦੇ ਕਰਨੇ ਆਂਦਾ ਜਾਂ ਜੱਟ ਰਹੂ ਜਾਂ ਕਰੋਨਾ ਰਹੂਗਾ। ਉਹ ਕਹਿੰਦਾ ਜਲਦੀ ਤੈਨੂੰ ਕੁਛ ਨਹੀਂ ਹੁੰਦਾ ਫਿਰਨ ਚਲੋ ਤੇ ਆਪਾਂ ਹੁਣ ਇਜਾਜ਼ਤ ਲੈਣ ਤੋਂ ਪਹਿਲਾਂ ਫਿਰ ਜਾਂਦੇ ਜਾਂਦੇ ਇੱਕ ਉਹ ਵੀ ਗੱਲ ਸੁਣਾ ਦਿਓ ਕਿ ਪਟਿਆਲੇ ਦੇ ਨੌਜਵਾਨ ਕਹਿੰਦਾ ਕੋਈ 1000 ਕਿਲੋਮੀਟਰ ਦਾ ਸਫ਼ਰ ਕਰਕੇ ਪੁੱਜਿਆ ਜੀ। ਜੀ 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 ਇਹ ਪਟਿਆਲੇ ਦੇ ਨੌਜਵਾਨ ਆ ਜੀ। ਮੈਂ ਸੋਚਦਾ ਬੜੀ ਬਹਾਦਰੀ ਇਹਨਾਂ ਮੁੰਡਿਆਂ ਦੀ। ਇਹ ਪਟਿਆਲੇ ਦੇ ਨੌਜਵਾਨ ਹਰ ਸਾਲ ਕਹਿੰਦੇ ਵੀ ਅਸੀਂ ਜਾਂਦੇ ਆ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਜੀ ਤੇ ਮੱਧ ਪ੍ਰਦੇਸ਼ ਜਾ ਕੇ ਇਹ ਉੱਥੇ ਖੇਤੀਬਾੜੀ ਦਾ ਕੰਮ ਕਰਦੇ ਆ। ਕਣਕਾਂ ਕੁਣਕਾਂ ਵੱਢਦੇ ਉਹ ਜਿਹੜੇ ਕੰਬਾਈਨ ਵਾਲੇ ਉਹਨਾਂ ਠੇਕੇ ਲੈ ਕੇ ਤੇ ਕਣਕਾਂ ਕੱਟ ਕੇ ਤੇ ਪੈਸੇ ਜ਼ਰ ਕਮਾਉਂਦੇ ਆ ਜੀ। ਇਹ ਕਹਿੰਦੇ ਵੀ ਹੁਣ ਉੱਥੇ ਜਿਹੜਾ ਸੀ ਲੋਕਡਾਊਨ ਹੋ ਗਿਆ, ਕਰਫਿਊ ਲੱਗ ਗਿਆ, ਸਾਡੇ ਵਾਸਤੇ ਬੜੀ ਮੁਸ਼ਕਿਲ ਸੀ, ਵਾਪਸ ਆਉਣਾ ਚਾਹੁੰਦੇ ਸੀ। ਕਹਿੰਦੇ ਫਿਰ ਉਸ ਵਿੱਚ ਪੈਦਲ ਚੱਲੇ ਤੇ 950 ਕਿਲੋਮੀਟਰ ਫੈਸਲਾ ਇਹਨਾਂ ਨੇ 9 ਦਿਨਾਂ 'ਚ ਤੈਅ ਕੀਤਾ ਜੀ। ਤੇ 9 ਦਿਨ ਇਹਨਾਂ ਨੇ ਰੋਟੀ ਖਾ ਕੇ ਨਹੀਂ ਵੇਖੀ।
ਇਹਨਾਂ ਕੋਲ ਕੁਝ ਬਿਸਕੁਟਾਂ ਦੇ ਪੈਕਟ ਸੀ, ਕੁਝ ਪਾਣੀ ਦੀਆਂ ਬੋਤਲਾਂ ਸੀ, ਉਹ ਕੱਢ ਕੇ ਪਾਣੀ ਪੀਂਦੇ ਰਹੇ ਤੇ ਬਿਸਕੁਟ ਖਾਂਦੇ ਰਹੇ ਤੇ ਉਹੀ ਖਾ ਪੀ ਕੇ ਤੇ ਆਏ ਜੀ। ਜਦੋਂ ਕੱਲ ਪੁੱਜੇ ਨੇ ਪਾਤਲ ਆ ਕੇ, ਪਾਤਲ ਆ ਕੇ ਕਹਿੰਦੇ 9 ਦਿਨ ਬਾਅਦ ਪਹਿਲੀ ਵਾਰ ਲੰਗਰ ਛਕਿਆ ਇੱਥੇ ਅਸੀਂ ਅੱਜ। ਅੱਛਾ ਜੀ। ਤੇ ਬੜੇ ਹਿੰਮਤੀ ਮੁੰਡੇ ਨੇ, ਮੱਧ ਪ੍ਰਦੇਸ਼ ਤੋਂ ਚੱਲ ਕੇ ਆਏ। 9 ਦਿਨਾਂ ਦੇ ਵੇਖੋ 100 ਕਿਲੋਮੀਟਰ ਡੇਲੀ ਬਣਦਾ, ਸਫ਼ਰ ਕਰਨਾ ਥੋੜਾ ਹੁੰਦਾ 100 ਕਿਲੋਮੀਟਰ ਚਲਾਣਾ ਜੀ। 2 ਕਿੱਲੇ ਪੈਲੀ ਵਾਹੁੰਦਾ ਇੱਕ ਜਿਹੜਾ ਇੱਕ ਬੰਦਾ ਸੀ ਕਿਸਾਨ, ਇੱਕ ਕਾਲਾ ਪੈਲੀ ਕਿੱਲਾ ਵਾਹੁੰਦਾ ਸੀ ਤੇ 40 ਮੀਲ ਸਫ਼ਰ ਹੁੰਦਾ ਸੀ ਉਹਦਾ। ਤੇ ਇਹ ਤੁਰੇ ਆਏ ਤੇ ਮੈਨੂੰ ਬੜੀ ਹਿੰਮਤ ਆ, ਖਾਣਾ ਵੀ ਨਹੀਂ ਮਿਲਿਆ, ਭੁੱਖੇ ਤੇ ਤੁਰੇ ਆਏ, ਬਿਸਕੁਟ ਖਾਂਦੇ ਆਏ। ਇਹਨਾਂ ਦੀ ਬਹਾਦਰੀ ਮੁੰਡਿਆਂ ਦੀ। ਤੇ ਮੈਂ ਸੋਚਦੇ ਵੀ ਜਿਹੜੇ ਹੋਰ ਵੀ ਬੰਦੇ ਬੈਠੇ ਆ, ਸਰਕਾਰਾਂ ਨੂੰ ਚਾਹੀਦਾ ਵੀ ਜਿਹੜੇ ਬਾਕੀ ਤੁਸੀਂ ਆਪਣੇ ਅਮੀਰ ਮੁੰਡਿਆਂ ਦੇ ਕੱਢ ਲਿਆ, ਅਮੀਰਾਂ ਦੇ ਬੱਚੇ ਤੇ ਕੱਢ ਲਿਆਂਦੇ ਤੇ ਗਰੀਬਾਂ ਦਾ ਵੀ ਕੋਈ ਸੋਚ ਲਓ, ਇਹਨਾਂ ਦੇ ਉੱਤੇ ਖਾਣੇ ਪਹੁੰਚਾ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ। ਬਸ ਕਹਿੰਦਾ ਜੀ ਗੱਲ ਉਹੀ ਆ ਗਿਆ ਨਾ, ਗੱਲ ਅਮੀਰਾਂ ਲਈ ਤਾਂ ਜਹਾਜ਼ ਵੀ ਹੈਗੇ, ਗਰੀਬਾਂ ਲਈ ਤਾਂ ਸਾਈਕਲ ਵੀ ਹੈ ਨਹੀਂ। ਬਿਲਕੁਲ 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 ਬਿਲਕੁਲ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ, ਮਿਹਰਬਾਨੀ ਤੁਹਾਡੀ ਇੱਕ ਵਾਰੀ, ਤੇ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ।